ਜਿਉ ਮੱਛੀ ਤਿਉ ਮਾਨਸ ਪਵੈ ਅਚਿੰਤ ਜਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋਗ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦਿਆਂ ਹੋਇਆਂ ਜਿੱਥੇ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਬਖਸ਼ਿਸ਼ ਕੀਤੀ, ਪੰਜ ਬਾਣੀਆਂ ਦੇ ਨਿਤਨੇਮ ਹੋਏ, ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ, ਸੰਪੂਰਨ ਵਾਰ ਕੀਰਤਨ ਦੇ ਰੂਪ ਵਿੱਚ ਸਰਵਣ ਕੀਤੀ, ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਾਹਿਬ ਜੀ ਸਾਨੂੰ ਹੁਣ ਸਮਾਂ ਬਖਸ਼ ਰਹੇ ਹਨ। ਕਿਸੇ ਨੂੰ ਪਾਠ ਦੇ ਨਾਲ ਹੀ ਸਮਝ ਆ ਜਾਂਦੀ ਹੈ, ਕਿਸੇ ਨੂੰ ਕੀਰਤਨ ਦੇ ਨਾਲ ਹੀ ਆਨੰਦ ਆ ਜਾਂਦਾ ਹੈ। ਜੇ ਕੁਝ ਰਹਿ ਜਾਵੇ ਤਾਂ ਫਿਰ ਕਥਾ ਦੇ ਨਾਲ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਐਵੇਂ ਹੈ ਵੀ ਜਿਵੇਂ ਮੀਂਹ ਪਵੇ ਬਹੁਤਾ ਮੋਲੇ ਧਾਰ ਬਾਰਿਸ਼ ਹੋਵੇ, ਇਸ ਤਰ੍ਹਾਂ ਕੀਰਤਨ ਹੈ। ਪਰ ਜਿਹੜੇ ਉੱਚੇ ਟਿੱਬੇ ਹੁੰਦੇ ਆ ਉੱਥੇ ਕਈ ਵਾਰ ਪਾਣੀ ਨਹੀਂ ਠਹਿਰਦਾ, ਰਹਿ ਜਾਂਦਾ, ਸੁੱਕੇ ਰਹਿ ਜਾਂਦੇ ਨੇ। ਫਿਰ ਕਿਣਮਿਣ ਹੋਵੇ, ਸਹਿਜੇ ਸਹਿਜੇ ਮੀਂਹ ਪਵੇ ਤਾਂ ਉੱਥੇ ਵੀ ਸਿਮ ਕੇ ਸਲਾਬ ਆ ਜਾਂਦੀ, ਤਰੌਤ ਆ ਜਾਂਦੀ ਹੈ। ਇਵੇਂ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਹੈ। ਬਹੁਤ ਹੀ ਸਿੱਖਾਂ ਨੂੰ ਕੀਰਤਨ ਦੇ ਨਾਲ ਹੀ ਸਮਝ ਆ ਜਾਂਦੀ, ਤੇ ਜੇ ਕੀਰਤਨ ਦੇ ਨਾਲ ਵੀ ਸਮਝ ਨਾ ਆਵੇ, ਕੋਈ ਬਚਨ ਰਹਿ ਜਾਵੇ, ਉਹ ਗੁਰੂ ਸਾਹਿਬ ਜੀ ਦੀ ਕਥਾ ਦੇ ਰਾਹੀਂ ਸਾਡੀ ਕਲਿਆਣ ਲਈ ਸਾਨੂੰ ਪ੍ਰਾਪਤ ਹੋ ਜਾਂਦਾ। ਇਸੇ ਕਰਕੇ ਪਾਠ ਦੀ, ਕੀਰਤਨ ਦੀ, ਕਥਾ ਦੀ ਮਰਿਆਦਾ ਹੈ ਕਿ ਮਹਾਰਾਜ ਸਾਹਿਬ ਜੀ ਦੀ ਰਹਿਮਤ ਜਿਵੇਂ ਕਿਵੇਂ ਵੀ ਸਿੱਖ ਤੇ ਹੋ ਜਾਵੇ, ਇਹਦੀ ਕਲਿਆਣ ਹੋ ਜਾਵੇ। ਸਤਿਗੁਰੂ ਇਹੀ ਚਾਹੁੰਦੇ ਹਨ। ਤੇ ਆਓ ਪਵਿੱਤਰ ਹੈ ਗੁਰਬਾਣੀ ਸਤਿਗੁਰਾਂ ਦੀ, ਜੋ ਪਵਿੱਤਰ ਗੁਰਬਾਣੀ ਦੇ ਵਿੱਚ ਉਪਦੇਸ਼ ਮਹਾਰਾਜ ਨੇ ਬਖਸ਼ਿਆ ਲੜੀਵਾਰ ਸਤਿਗੁਰਾਂ ਦੀ ਸਿੱਖਿਆ ਕਥਾ ਰੂਪ ਵਿੱਚ ਸਰਵਣ ਕਰਨ ਵਾਸਤੇ ਇਕਾਗਰਤਾ ਬਖਸ਼ੀਏ। ਜਿੱਥੇ ਵੀ ਮਹਾਰਾਜ ਨੇ ਸਰੀਰ ਕਰਕੇ ਬੈਠਣ ਦਾ, ਹਾਜ਼ਰੀ ਭਰਨ ਦਾ ਸਬੱਬ ਬਖਸ਼ਿਆ ਹੈ, ਉੱਥੋਂ ਹੀ ਸੁਰਤੀ ਮਹਾਰਾਜ ਦੇ ਚਰਨਾਂ 'ਚ ਜੋੜੀਏ ਤੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮਛਲੀ ਜਾੜ ਨਾ ਜਾਣਿਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਜਗਤ ਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸ੍ਰੀ ਰਾਗ ਦੇ ਅੰਦਰ ਪਹਿਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ 55 ਅੰਗ ਦੇ ਉੱਤੇ ਮਹਾਰਾਜ ਦਾ ਇਹ ਉਪਦੇਸ਼ ਸੁਭਾਏਮਾਨ ਹੈ। ਸਾਹਿਬ ਜੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਤੇ ਬਿਰਾਜਮਾਨ ਸੀ। ਸਿੱਖ ਨੇ ਬੇਨਤੀ ਕੀਤੀ, ਪਾਤਸ਼ਾਹ ਸਾਡੀ ਕਲਿਆਣ ਦਾ ਉਪਦੇਸ਼ ਦਿਓ, ਜੰਮਣ ਮਰਨ ਦੇ ਤੋਂ ਕਿਵੇਂ ਬਚੀਏ, ਅਕਾਲ ਤੋਂ ਕਿਵੇਂ ਬਚੀਏ, ਜਿਹੜਾ ਜੰਮਣ ਮਰਨ ਵਿੱਚ ਪਾਉਣ ਵਾਲਾ ਹੈ। ਜਿਸ ਵੇਲੇ ਸਿੱਖ ਨੇ ਬੇਨਤੀ ਕੀਤੀ, ਪਾਤਸ਼ਾਹ ਰਾਵੀ ਦੇ ਐਨ ਕੰਢੇ ਤੇ ਬੈਠੇ ਸਨ, ਕੋਈ ਉੱਥੇ ਮੱਛੀਆਂ ਫੜ ਰਿਹਾ, ਉਹਦੇ ਵੱਲ ਵੇਖ ਕਰਕੇ ਤੇ ਇੱਕ ਤਾਂ ਸਤਿਗੁਰਾਂ ਨੇ ਉਹਦੇ ਕੋਲੋਂ ਉਹ ਮਛਲੀ ਛੁਡਾ ਕੇ, ਬਹੁਤ ਵੱਡੀ ਮੱਛੀ ਜਾਲ 'ਚ ਪਕੜੀ ਗਈ, ਛੁਡਾ ਕੇ ਤੇ ਸਤਿਗੁਰਾਂ ਦੀ ਨਿਗਾਹ ਪੈਣ ਕਰਕੇ ਉਹ ਮੱਛੀ ਦੀ ਵੀ ਕਲਿਆਣ ਹੋ ਗਈ। ਉਹ ਮਾਛੀ ਨੂੰ ਜਿਹੜਾ ਫੜਨ ਵਾਲਾ ਸੀ ਉਹਨੂੰ ਵੀ ਉਪਦੇਸ਼ ਦਿੱਤਾ, ਤੇ ਉਹੀ ਭਾਵ ਲੈ ਕੇ ਫਿਰ ਮਛਲੀ ਜਿਵੇਂ ਜਾਲ ਵਿੱਚ ਫਸਦੀ ਹੈ, ਉੱਦਾਂ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਾਵ ਲੈ ਕੇ ਉਹ ਸਿੱਖ ਨੂੰ ਉਪਦੇਸ਼ ਦਿੱਤਾ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਾਪਾਨ ਵਿੱਚ ਵੀ ਗਏ ਸਨ,
ਉੱਥੇ ਵੀ ਸਮੁੰਦਰ ਦੇ ਕਿਨਾਰੇ ਗਰੀਬ ਨਿਵਾਸ ਸਾਹਿਬਾਂ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਜਿੱਥੇ ਜਿੱਥੇ ਜਲ ਵਿੱਚ ਹੁੰਦੀ ਗਈ, ਅਨੇਕਾਂ ਮੱਛੀਆਂ ਦੀ ਉੱਥੇ ਵੀ ਕਲਿਆਣ ਸਾਹਿਬਾਂ ਨੇ ਕੀਤੀ ਸੀ। ਜਿਵੇਂ ਪ੍ਰਤੱਖ ਮੱਛੀਆਂ ਦੀ ਕਲਿਆਣ ਕੀਤੀ, ਐਵੇਂ ਜੀਵ ਰੂਪੀ ਮੱਛੀ ਕਹਿ ਕੇ ਇਹਦੇ ਵਿੱਚ ਸਾਡੀ ਕਲਿਆਣ ਦਾ ਉਪਦੇਸ਼ ਮਹਾਰਾਜ ਬਖਸ਼ਿਸ਼ ਕਰਦੇ ਹਨ। ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਛਲੀ ਜਾਲ ਨਾ ਜਾਣਿਆ। ਸਤਿਗੁਰੂ ਸਾਹਿਬ ਜੀ ਪਹਿਲਾਂ ਰੂਪਕ ਅਲੰਕਾਰ ਵਰਤਦੇ ਨੇ, ਮਛਲੀ ਜਾਲ ਨਾ ਜਾਣਿਆ। ਕਹਿੰਦੇ ਵੀ ਜਿਹੜੀ ਮਛਲੀ ਹੈ ਵੇਖੋ, ਇਸ ਨੇ ਆਪਣੀ ਮੌਤ ਦਾ ਜੋ ਕਾਰਨ ਬਣਨਾ ਹੈ ਜਾਲ ਪਾਇਆ ਹੋਇਆ, ਇਸ ਨੂੰ ਫੜਨ ਵਾਲੇ ਵੱਲੋਂ ਉਹ ਪਏ ਹੋਏ ਜਾਲ ਨੂੰ ਜਾਣਿਆ ਹੀ ਨਹੀਂ ਵੀ ਜਿਹੜਾ ਜਾਲ ਮੈਨੂੰ ਚੰਗਾ ਲੱਗ ਰਿਹਾ, ਮੈਂ ਇੱਧਰ ਨੂੰ ਭੱਜ ਰਹੀ ਹਾਂ, ਅਸਲ ਵਿੱਚ ਇਹੀ ਮੇਰੇ ਮੌਤ ਦਾ ਕਾਰਨ ਬਣੇਗਾ। ਸਰ ਖਾਰਾ ਅਸਗਰ। ਤੇ ਜਿਹੜਾ ਸਰ ਤੋਂ ਭਾਵ ਹੁੰਦਾ ਸਰੋਵਰ, ਇੱਥੇ ਅਰਥ ਹੈ ਸਮੁੰਦਰ। ਸਰ ਖਾਰਾ ਅਸਗਾਹ, ਕਹਿੰਦੇ ਵੀ ਜਿਹੜਾ ਸਮੁੰਦਰ ਭਾਵੇਂ ਉਹਦਾ ਪਾਣੀ ਹੈ ਖਾਰਾ ਹੀ ਸੀ, ਪਰ ਹੈ ਤਾਂ ਅਸਗਾਹ ਡੂੰਘਾ ਸੀ ਨਾ, ਡੂੰਘੇ ਪਾਣੀ 'ਚ ਰਹਿੰਦੀ ਫੇਰ ਤੇ ਉੱਥੋਂ ਤੀਕਰ ਜਾਲ ਨਹੀਂ ਸੀ ਮੱਛੀ ਤੇ ਪੈਣਾ। ਪਰ ਮੱਛੀ ਨੇ ਜਾਲ ਦੇ ਵਿੱਚ ਫਸੀ ਹੋਈ ਜਿਹੜੀ ਮਾਸ ਦੀ ਬੋਟੀ ਹੈ ਉਹ ਵੇਖ ਕੇ ਜਾਣਿਆ ਹੀ ਨਹੀਂ, ਇਸ ਨੂੰ ਇਹ ਸਮਝ ਹੀ ਨਹੀਂ ਆਈ ਵੀ ਜਾਲ ਮੇਰੀ ਮੌਤ ਦਾ ਕਾਰਨ ਬਣੇਗਾ। ਤੇ ਡੂੰਘੇ ਸਮੁੰਦਰ ਨੂੰ ਛੱਡ ਕੇ ਉੱਪਰ ਆ ਕੇ ਤੈਰੀਆਂ ਲਾਉਣ ਲੱਗ ਪਈ, ਜਾਂ ਕਹਿੰਦੇ ਵੀ ਸਮੁੰਦਰ ਨੂੰ ਹੀ ਛੱਡ ਦਿੱਤਾ। ਸਮੁੰਦਰ ਨੂੰ ਛੱਡ ਕਰਕੇ ਤੇ ਜਿਵੇਂ ਕੋਈ ਨਦੀਆਂ ਜਾਂ ਛੱਪੜਾਂ ਦੇ ਵਿੱਚ ਮੱਛੀ ਰਹਿਣ ਲੱਗ ਪਵੇ ਤਾਂ ਉੱਥੇ ਬਚਾ ਨਹੀਂ ਹੋ ਸਕਦਾ। ਜਿਵੇਂ ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਸਮੁੰਦ ਨਾ ਛੋੜੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੈ ਭਲੋ ਨਾ ਕਹਿ ਕੋਏ। ਕਹਿੰਦੇ ਭਾਵੇਂ ਸਮੁੰਦਰ ਦਾ ਪਾਣੀ ਖਾਰਾ ਵੀ ਕਿਉਂ ਹੈ, ਤਾਂ ਵੀ ਮਛਲੀ ਨੂੰ ਉਹਦੀ ਡੂੰਘਾਈ ਦਾ ਤਿਆਗ ਨਹੀਂ ਕਰਨਾ ਚਾਹੀਦਾ, ਕਿਉਂਕਿ ਛੱਪੜ ਦੇ ਵਿੱਚ ਕੋਈ ਭਲਾ ਨਹੀਂ ਕਹਿੰਦਾ। ਛੱਪੜਾਂ ਦੇ ਵਿੱਚ ਝਾਟੀ ਜਦੋਂ ਮਰਜੀ ਜਿਹੜਾ ਆ ਗਿਆ ਜਾਲ ਪਾ ਕੇ ਕੁੰਡੀ ਪਾ ਕੇ ਫੜ ਕੇ ਲੈ ਗਿਆ, ਮਾਰਤਾ ਖਾ ਲਿਆ। ਇਸ ਕਰਕੇ ਇੱਕ ਬਾਹਰੀ ਅਰਥ ਚੱਲ ਰਿਹਾ ਤੇ ਬਾਹਰੀ ਭਾਵ ਵੀ ਹਾਲੇ ਜਾਣਨਾ ਵੀ ਡੂੰਘੇ ਸਮੁੰਦਰ ਨੂੰ ਕਿਉਂ ਤਿਆਗਿਆ, ਇਸ ਨੇ ਜਾਲ ਨੂੰ ਜਾਣਿਆ ਹੀ ਨਹੀਂ ਮਛਲੀ ਨੇ ਵੀ ਇਹ ਮੇਰੀ ਮੌਤ ਦਾ ਕਾਰਨ ਬਣੇਗਾ। ਆਤ ਸਿਆਣੀ ਸੋਹਾਣੀ। ਉਂਝ ਤਾਂ ਕਹਿੰਦੇ ਵੀ ਬਾਕੀ ਜਿੰਨੇ ਵੀ ਜਲ ਵਿੱਚ ਜੀਵ ਰਹਿੰਦੇ ਆ ਉਹਨਾਂ ਦੇ ਨਾਲੋਂ ਅਤਿਅੰਤ ਹੀ ਸਿਆਣੀ ਹੁੰਦੀ ਆ ਮੱਛੀ, ਬੜੀ ਸੋਹਣੀ ਹੁੰਦੀ ਆ। ਕਿੱਡੇ ਸੋਹਣੇ ਸੋਹਣੇ ਰੰਗ ਹੁੰਦੇ ਮੱਛੀਆਂ ਦੇ, ਲੋਕ ਘਰਾਂ 'ਚ ਰੱਖਦੇ ਆ, ਪਾਣੀ ਦੇ ਵਿੱਚ ਵੀ ਸੋਹਣੀਆਂ ਲੱਗਦੀਆਂ। ਅੱਜ ਕੱਲ ਤਾਂ ਕੱਚ ਜਿਹੇ ਦੇ ਵਿੱਚ ਪਾਣੀ ਭਰ ਕੇ ਉੱਥੇ ਮੱਛੀਆਂ ਰੱਖਦੇ ਆ, ਕਹਿੰਦੇ ਵੀ ਸੋਹਣੀਆਂ ਲੱਗਦੀਆਂ। ਸਤਿਗੁਰੂ ਸਾਹਿਬ ਵੀ ਕਹਿ ਰਹੇ ਆ, ਕਹਿੰਦੇ ਬੜੀ ਸਿਆਣੀ ਆ। ਇਹੋ ਜਿਹੀਆਂ ਵੀ ਮਛਲੀਆਂ ਵੀ ਕਈ ਬੰਦੇ ਉਹ ਸਮੁੰਦਰ ਵਿੱਚ ਡੁੱਬਣ ਤਾਂ ਉਹਨਾਂ ਨੂੰ ਫੜ ਕੇ ਬਾਹਰ ਕਿਨਾਰੇ ਦੇ ਲੈ ਆਉਂਦੀਆਂ। ਇਹ ਵੀ ਮੱਛੀਆਂ ਦੀ ਇੱਕ ਕਿਸਮ ਜਿਹੜੀ ਹੈ ਨਾ, ਉਹ ਪਤਾ ਲੱਗੀ ਆ ਖੋਜ ਕਰਨ ਵਾਲਿਆਂ ਨੂੰ। ਇਸ ਕਰਕੇ ਕਹਿੰਦੇ ਬੜੀ ਸਿਆਣੀ ਹੈ ਤੇ ਬਹੁਤ ਹੀ ਸੋਹਣੀ ਹੈ ਜੀਵ ਜਿੰਨੇ ਵੀ ਸਮੁੰਦਰ ਵਿੱਚ ਰਹਿੰਦੇ ਉਹਨਾਂ ਦੇ ਨਾਲੋਂ। ਕਿਉਂਕਿ ਤੂੰ ਪਰ ਇੰਨੀ ਸਿਆਣੀ ਤੇ ਸੋਹਣੀ ਹੋਣ ਦੇ ਬਾਵਜੂਦ ਵੀ ਵਿਸਾਹ ਕਿਉਂ ਕੀਤਾ, ਜਾਲ ਤੇ ਭਰੋਸਾ ਕਿਉਂ ਕੀਤਾ ਵੀ ਇਹ ਜਾਲ ਜਿਹੜਾ ਹੈ ਇਹ ਸੋਹਣਾ ਇਹਨੂੰ ਕਿਉਂ ਲੱਗਾ, ਵੀ ਜਾਲ ਵਿੱਚ ਆ ਕੇ ਫਸ ਗਈ, ਜਿਸ ਕਰਕੇ ਇਹਦੀ ਮੌਤ ਹੋਈ, ਮੌਤ ਦਾ ਕਾਰਨ ਬਣਿਆ। ਕੀਤੇ ਕਾਰਨ ਪਕੜੀ। ਕਹਿੰਦੇ ਵੀ ਇਸੇ ਤਰ੍ਹਾਂ ਜੋ ਅਚਿੰਤਪੁਣਾ ਹੋਣ ਕਰਕੇ ਵੀ ਇਹ ਅਚਿੰਤੀ ਹੋ ਗਈ ਵੀ ਮੈਂ ਪਤਾ ਨਹੀਂ ਹੈ ਵੀ ਮਰਾਂਗੀ ਨਹੀਂ, ਮੇਰੀ ਮੌਤ ਹੀ ਨਹੀਂ ਹੋਵੇਗੀ। ਇਸ ਕੀਤੇ ਹੋਏ ਵਿਸਾਹ ਕਰਕੇ, ਵਿਸਾਹ ਹੁੰਦਾ ਵੀ ਭਰੋਸਾ ਕਿਉਂ ਕੀਤਾ ਜਾਲ ਦਾ, ਕੀਤੇ ਕਾਰਨ ਪਕੜੀ, ਇਸ ਭਰੋਸੇ ਕਰਕੇ ਹੀ ਪਕੜੀ ਗਈ, ਫੜੀ ਗਈ ਜਾਲ ਵਿੱਚ। ਕਾਲ ਨਾ ਟਲੈ ਸਿਰਾ। ਕਿਉਂਕਿ ਜਿਹੜਾ ਕਾਲ ਹੈ ਨਾ, ਜੋ ਮੌਤ ਦਾ ਸਮਾਂ ਹੈ, ਉਹ ਸਿਰ ਤੋਂ ਟਲਦਾ ਨਹੀਂ ਹੈ। ਇਸੇ ਕਰਕੇ ਮੱਛੀ ਜਿਹੜੀ ਪਕੜੀ ਗਈ ਹੈ। ਭਾਈ ਜੀ ਇਉਂ ਸਿਰ ਜਾਣਹੁ ਕਾਲ। ਰਹਾਵ ਦੀਆਂ ਪੰਕਤੀਆਂ 'ਚ ਮਹਾਰਾਜ ਸ਼ਬਦ ਦਾ ਭਾਵ ਗੁਰੂ ਨਾਨਕ ਸਾਹਿਬ ਦੱਸਦੇ ਨੇ, ਇਹ ਭਾਈ ਗੁਰਸਿੱਖ ਪਿਆਰਿਓ, ਇਸੇ ਤਰ੍ਹਾਂ ਹੀ ਜਿਵੇਂ ਮੱਛੀ ਫੜੀ ਗਈ ਨਾ ਜਾਲ ਦੇ ਵਿੱਚ, ਇਹ ਭਾਈ ਰੇ ਇਹੋ ਸਿਰ ਜਾਣਹੁ ਕਾਲ, ਇਸੇ ਤਰ੍ਹਾਂ ਤੁਸੀਂ ਸਾਰੇ ਆਪਣੇ ਸਿਰ ਤੇ ਮੌਤ
ਆਪਣੇ ਸਿਰ ਤੇ ਕਾਲ ਨੂੰ ਖਲੋਤਾ ਹੋਇਆ ਜਾਣਨਾ ਕਰੋ। ਜਿਉ ਮੱਛੀ ਤਿਉ ਮਾਨਸ, ਜਿਵੇਂ ਜਾਲ ਦੇ ਨਾਲ ਮੱਛੀ ਫੜੀ ਗਈ ਨਾ ਸਮੁੰਦਰ ਦੀ ਡੂੰਘਾਈ ਛੱਡਣ ਕਰਕੇ, ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਹੈ ਇਹ ਵੀ ਮੌਤ ਦੇ ਵਸ ਪੈ ਜਾਂਦਾ ਪਰਮੇਸ਼ਰ ਸਮੁੰਦਰ ਦੀ ਨਿਆਈ ਉਹਨੂੰ ਛੱਡਣ ਕਰਕੇ। ਪਵੈ ਅਚਿੰਤ ਜਾਲ, ਅਚਿੰਤਾ ਹੀ ਮੌਤ ਦਾ ਜਾਲ ਆ ਕੇ ਪੈਂਦਾ ਹੈ, ਸੋਚਿਆ ਵੀ ਨਹੀਂ ਹੁੰਦਾ, ਅਚਾਨਕ ਹੀ ਮੌਤ ਆਉਂਦੀ ਹੈ। ਸੋ ਇਸ ਤਰ੍ਹਾਂ ਇਹ ਬਾਹਰੀ ਭਾਵ ਹੈ। ਇਸੇ ਪ੍ਰਕਾਰ ਮਛਲੀ ਜਾਲ ਨਾ ਜਾਣਿਆ, ਇਹ ਜੀਵ ਰੂਪੀ ਮਛਲੀ ਹੈ। ਕਹਿੰਦੇ ਵੀ ਇਸ ਨੇ ਜਾਣਿਆ ਹੀ ਨਹੀਂ ਵੀ ਇਹ ਜਿਹੜਾ ਜਾਲ ਪਿਆ ਹੈ ਨਾ ਮੋਹ ਦਾ, ਇਹ ਮੋਹ ਦਾ ਜਾਲ, ਮੈਨੂੰ ਮਾਇਆ ਮੋਹ ਦਾ ਜਾਲ ਤਾਂ ਬੜਾ ਚੰਗਾ ਲੱਗ ਰਿਹਾ ਹੈ, ਪਰ ਮੇਰੀ ਮੌਤ ਦਾ ਕਾਰਨ ਇਸੇ ਨੇ ਬਣਨਾ, ਇਹਨੇ ਮੈਨੂੰ ਜੰਮਣ ਮਰਨ ਚ ਪਾਉਣਾ ਹੈ, ਇਸੇ ਕਰਕੇ ਮੈਨੂੰ ਜਮਾਂ ਦੀ ਸਜ਼ਾ ਮਿਲੇਗੀ, ਇਸੇ ਕਰਕੇ ਮੇਰੀ ਆਤਮਿਕ ਮੌਤ ਹੋਏਗੀ, ਇਸੇ ਕਰਕੇ ਮੇਰਾ ਜੀਵਨ ਖਰਾਬ ਹੋਊਗਾ। ਮਛਲੀ ਜਾਲ ਨਾ ਜਾਣਿਆ, ਇਹ ਜੀਵ ਰੂਪੀ ਮੱਛੀ ਨੇ ਕਾਲ ਵੱਲੋਂ, ਧਰਮਰਾਜ ਵੱਲੋਂ ਪਾਇਆ ਹੋਇਆ ਮਾਇਆ ਮੋਹ ਰੂਪੀ ਜਾਲ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ ਵੀ ਮੇਰੇ ਅੰਤ ਦਾ ਕਾਰਨ ਇਸੇ ਨੇ ਬਣਨਾ, ਇਹਨੇ ਮੈਨੂੰ ਦੁਖੀ ਕਰਨਾ ਹੈ। ਸਰ ਖਰ ਅਸਗਾਹ, ਤੇ ਜਿਹੜਾ ਸਰ ਸਮੁੰਦਰ ਦੀ ਨਿਆਈ ਅਸਗਾਹੋ ਡੂੰਘਾ ਅਥਾਹ ਪਰਮੇਸ਼ਰ ਸੀ, ਉਹ ਪਰਮੇਸ਼ਰ ਨੂੰ ਖਾਰਾ ਜਾਣ ਕਰਕੇ ਇਹਨੇ ਤਿਆਗ ਦਿੱਤਾ। ਕਿਉਂਕਿ ਉਦੋਂ ਹੀ ਫੜੀ ਗਈ ਨਾ ਜਦੋਂ ਡੂੰਘਾਈ ਛੱਡੀ ਮੱਛੀ ਨੇ, ਜਾਲ ਵਿੱਚ ਉਦੋਂ ਹੀ ਫਸਦੀ ਨਾ ਸਮੁੰਦਰ ਵਿੱਚੋਂ। ਕਹਿੰਦੇ ਵੀ ਪਰਮੇਸ਼ਰ ਨੂੰ ਖਾਰਾ ਸਮਝਿਆ, ਤੇ ਪਰਮੇਸ਼ਰ 'ਚ ਖਾਰਾਪਨ ਕੀ ਹੈ? ਸਾਧ ਸੰਗਤ, ਜਿਹੜਾ ਪਰਮੇਸ਼ਰ ਅਕਾਲ ਪੁਰਖ ਵੱਲੋਂ ਇਸ ਜੀਵ ਨੂੰ ਕਸਵੱਟੀਆਂ ਲਾਈਆਂ ਜਾਂਦੀਆਂ ਨਾ ਇਹਦੀ ਪਰਖ ਕਰਨ ਦੇ ਵਾਸਤੇ, ਤੇ ਇਹਨੂੰ ਖਾਰਾ ਸਮਝ ਲੈਂਦਾ ਹੈ, ਕਿਉਂਕਿ ਵਿਸ਼ੇ ਵਿਕਾਰ ਇਹਨੂੰ ਮਿੱਠੇ ਲੱਗਦੇ ਹਨ। ਹੋਰ ਜਿਹੜੇ ਦੇਵੀ ਦੇਵਤੇ ਹਨ ਉਹਨਾਂ ਦੀ ਪੂਜਾ ਤਾਂ ਚੰਗੀ ਲੱਗਦੀ ਕਿਉਂਕਿ ਉਹ ਆਪ ਵਿਕਾਰੀ ਜੇ ਹੋਏ ਨੇ, ਆਪ ਵੀ ਉਹ ਵਿਕਾਰ ਜੇ ਭੋਗਦੇ ਰਹੇ, ਆਪ ਵੀ ਉਹ ਨਸ਼ੇ ਨੁਸ਼ੇ ਜੇ ਕਰੀ ਜਾਂਦੇ ਹਨ। ਸ਼ਿਵ ਜੀ ਦੀਆਂ ਦੇ ਫੋਟੋਆਂ ਹੀ ਐਸੀਆਂ ਸਨਾਤਨੀ ਹੁਣ ਮਸ਼ਹੂਰ ਕਰਦੇ ਜਿਹਦੇ ਵਿੱਚ ਉਹ ਧੂਮਰਪਾਨ ਜਿਹਾ ਕਰ ਰਿਹਾ ਜਾਂ ਹੋਰ ਨਸ਼ੇ ਕਰਦਾ, ਉਹ ਫਿਰ ਮਿੱਠੇ ਲੱਗਦੇ ਹਨ। ਉਸ ਪਾਸੇ ਨੂੰ ਪਰਮੇਸ਼ਰ ਦੀ ਡੂੰਘਾਈ ਛੱਡ ਕੇ ਛੱਪੜਾਂ 'ਚ ਜਾਣ ਦੀ ਨਿਆਈ ਕੀ ਹੈ ਮੱਛੀ ਦੇ ਵਾਸਤੇ? ਉਹ ਛੱਪੜਾਂ ਦੇ ਵਿੱਚ ਜਾਣ ਦੀ ਨਿਆਈ ਹੈ ਜਿਹੜਾ ਦੇਵੀ ਦੇਵਤਿਆਂ ਵੱਲ ਜੁੜ ਗਿਆ, ਜਿਹੜਾ ਮੜੀਆਂ ਕਬਰਾਂ ਵੱਲ ਜੁੜ ਗਿਆ, ਕਦੀ ਕਿਤੇ ਰੋਟ ਪਕਾ ਆਇਆ, ਕਦੀ ਕਿਤੇ ਜਾ ਕੇ ਚਿਰਾਗ ਬਾਲਤਾ, ਵੀਰਵਾਰ ਆਇਆ ਤੇ ਉੱਥੇ ਕਬਰਾਂ ਤੇ ਚਲੇ ਗਿਆ, ਮੰਗਲਵਾਰ ਕਹਿੰਦੇ ਵੀ ਮਾਤਾ ਰਾਣੀ ਦੇ ਚੁੰਨੀ ਚੜਾਈਏ। ਇਹ ਵਾਰਾਂ ਦੇ ਹਿਸਾਬ ਨਾਲ ਕਦੀ ਕਿਤੇ ਧੱਕੇ ਖਾ ਲਏ, ਕਦੀ ਕਿਤੇ ਚਲੇ ਗਏ। ਕਈ ਐਸੇ ਐਤਵਾਰ ਆਇਆ ਕਹਿੰਦੇ ਚਲੋ ਚਰਚ ਹੋ ਆਈਏ। ਇਹ ਛੱਪੜਾਂ 'ਚ ਫਿਰਨ ਦੀ ਨਿਆਈ ਹੈ। ਜਿਹੜਾ ਪਰਮੇਸ਼ਰ ਅਕਾਲ ਪੁਰਖ ਹੈ ਉਹਦੇ ਵਿੱਚ ਜੁੜਨਾ ਸਮੁੰਦਰ ਦੀ ਨਿਆਈ ਹੈ। ਪਰਮੇਸ਼ਰ ਸਮੁੰਦਰ ਦੀ ਨੇ ਖਾਰਾ ਲੱਗਦਾ, ਕੌੜਾ ਲੱਗਦਾ ਹੈ, ਕਿਉਂਕਿ ਮਾਲਕ ਵਿਸ਼ੇ ਵਿਕਾਰਾਂ ਦਾ ਆਨੰਦ ਨਹੀਂ ਲੈਣ ਦਿੰਦਾ। ਪਰਮੇਸ਼ਰ ਵਿੱਚ ਵਿਸ਼ੇ ਵਿਕਾਰਾਂ ਦਾ ਆਨੰਦ ਰਸ ਨਹੀਂ ਮਿਲਦਾ। ਵਾਹਿਗੁਰੂ ਨਾਲ ਜੁੜਨ ਕਰਕੇ ਆ ਨਸ਼ੇੜੀ ਜੀਵਨ ਨਹੀਂ ਰਹਿ ਜਾਂਦਾ, ਵਿਕਾਰੀ ਜੀਵਨ ਨਹੀਂ ਮਾਣ ਸਕਦਾ। ਇਸ ਕਰਕੇ ਇਹ ਜਿਹੜਾ ਜੀਵ ਹੈ ਉਹ ਮੱਛੀ ਦੀ ਨਿਆਈ ਕੀ ਕਰਦਾ ਵੀ ਲਾਲਚ ਵਿੱਚ ਆ ਕਰਕੇ ਵਿਸ਼ੇ ਰਸਾਂ ਨੂੰ ਲੈਣ ਵਾਸਤੇ ਤਾਂ ਛੱਪੜਾਂ 'ਚ ਜਾਣ ਦੀ ਨਿਆਈ ਉਹ ਦੇਵੀ ਦੇਵਤਿਆਂ ਹੋਰ ਮਨਮਤੀਆਂ ਦੀ ਪੂਜਾ ਕਰਦਾ ਹੈ। ਪਰ ਪਰਮੇਸ਼ਰ ਵਿੱਚ ਖਾਰਾਪਣ ਹੈ ਵੀ ਇਹ ਸਤਿਗੁਰੂ ਸਾਹਿਬ ਕਸਵੱਟੀ ਵੀ ਲਾ ਦਿੰਦੇ ਨੇ ਸਿੱਖ ਦੇ ਜੀਵਨ ਨੂੰ ਸੁਧਾਰਨ ਦੇ ਲਈ। ਜਿਵੇਂ ਸੁਨਿਆਰਾ ਸੋਨੇ ਨੂੰ ਤਾਓ ਦਿੰਦਾ ਹੈ, ਉਹ ਸੋਨੇ ਦੀ ਸ਼ੁੱਧੀ ਵਾਸਤੇ ਹੀ ਤਾਓ ਦਿੰਦਾ ਹੈ ਨਾ। ਜੇ ਉਹ ਕੁਠਾਲੀ 'ਚ ਪਾ ਕੇ ਉਹਨੂੰ ਢਾਲਦਾ ਹੈ ਤਾਂ ਉਹਦਾ ਕਾਰਨ ਇਹ ਤਾਂ ਨਹੀਂ ਵੀ ਸੋਨੇ ਨੂੰ ਦੁੱਖ ਦੇਣਾ, ਉਹਦਾ ਭਾਵ ਤਾਂ ਇਹ ਹੈ ਵੀ ਸੋਨੇ 'ਚ ਜੇ ਕੋਈ ਰਲਾ ਹੈ ਤਾਂ ਉਹਨੂੰ ਮੈਂ ਸ਼ੁੱਧ ਕਰ ਦਿਆਂ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਜੋ ਖਾਰਾਪਣ ਹੈ ਗੁਰੂ ਸਾਹਿਬ ਦੇ ਵਿੱਚ ਵੀ ਜਿਹੜਾ ਸਾਨੂੰ ਤਾੜਨਾ ਕਰਦੇ ਨੇ ਵੀ ਚੋਰੀ ਨਹੀਂ ਕਰਨੀ, ਜਾਰੀ ਨਹੀਂ ਕਰਨੀ, ਮਾੜਾ ਕੰਮ ਨਹੀਂ ਕਰਨਾ, ਨਸ਼ੇ ਨਹੀਂ ਕਰਨੇ, ਹੱਕ ਹਲਾਲ ਦੀ ਖਾਣੀ ਹੈ, ਠੱਗੀਆਂ ਨਹੀਂ ਮਾਰਨੀਆਂ, ਜੇ ਕੋਈ ਗਲਤੀ ਕਰੇ ਤਾੜਦੇ ਹਨ। ਇਹੀ ਮਹਾਰਾਜ ਤੇ ਪਰਮੇਸ਼ਰ 'ਚ ਖਾਰਾਪਣ ਹੈ। ਇਹ ਜੀਵਾਂ ਨੂੰ ਚੰਗਾ ਨਹੀਂ ਲੱਗਦਾ, ਜਿਸ ਕਰਕੇ ਪਰਮੇਸ਼ਰ ਨੂੰ ਛੱਡ ਕੇ ਤੇ ਛੱਪੜਾਂ 'ਚ ਜਾਣ ਦੀ ਨਿਆਈ ਹੋਰ ਪਾਸੇ ਨੂੰ ਜਾਂਦੇ ਹਨ। ਪਰ ਜਿਵੇਂ ਆਪਾਂ ਪਹਿਲਾਂ ਬਚਨ ਪੜਿਆ ਨਾ ਵੀ ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਦਾ ਭਲੋ ਨਾ ਕਹੈ ਕੋਏ। ਕਹਿੰਦੇ ਵੀ ਸਮੁੰਦਰ ਦੀ ਨਿਆਈ ਪਰਮੇਸ਼ਰ ਨੂੰ ਛੱਡਣਾ ਨਹੀਂ ਚਾਹੀਦਾ, ਭਾਵੇਂ ਜਿੰਨਾ ਮਰਜੀ ਉਹ ਖਾਰਾ ਹੋਵੇ, ਭਾਵ ਜਿੰਨਾ ਮਰਜੀ ਸਖਤ ਹੋਵੇ,
ਮਾੜੇ ਕੰਮਾਂ ਤੋਂ ਜਿੰਨਾ ਮਰਜ਼ੀ ਸਾਨੂੰ ਤਾੜਨਾ ਕਰੇ, ਕਿਉਂਕਿ ਛੱਪੜ ਦੇ ਵਿੱਚ ਜਾਣ ਦੇ ਨਾਲ ਕੋਈ ਚੰਗਾ ਨਹੀਂ ਕਹਿੰਦਾ ਹੁੰਦਾ। ਕਹਿੰਦੇ ਵੀ ਇਹ ਤੇ ਦਰ ਤੇ ਤੁਰਿਆ ਫਿਰਦਾ, ਇਹਦਾ ਕੋਈ ਦੀਨ ਮਜਬ ਥੋੜਾ, ਇਹਦਾ ਕੋਈ ਦੀਨ ਅਮਾਨ ਥੋੜਾ ਹੈ। ਇਹ ਤਾਂ ਦੁਆਰ ਹੈ ਦੁਆਰ ਸਵਾਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ। ਰੱਬ ਦੇ ਨਾਮ ਜਪਣ ਦੀ ਖਬਰ ਨਹੀਂ ਤੇ ਮਾਇਆ ਦੀ ਖਾਤਰ ਦਰ ਤੇ ਠੋਕਰਾਂ ਖਾਂਦਾ, ਕੁੱਤੇ ਵਾਂਗ ਪੂਛ ਹਿਲਾਉਂਦਾ ਫਿਰਦਾ, ਹਰ ਭਾਂਡੇ 'ਚ ਮੂੰਹ ਮਾਰਦਾ ਹੈ। ਸੋ ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਭਾਈ ਇਹ ਜੀਵ ਫਸਦਾ ਉਦੋਂ ਹੀ ਹੈ ਜਦੋਂ ਪਰਮੇਸ਼ਰ ਅਕਾਲ ਪੁਰਖ ਦੀ ਡੂੰਘਾਈ ਨੂੰ ਛੱਡਦਾ, ਵਾਹਿਗੁਰੂ ਦੇ ਨਾਲੋਂ ਬੇਮੁਖ ਹੁੰਦਾ ਹੈ। ਆਤ ਸਿਆਣੀ ਸੋਹਾਣੀ, ਆਤ ਸਿਆਣੀ ਸੋਹਣੀ ਜੀਵ ਰੂਪੀ ਮੱਛੀ ਹੈ ਤਾਂ ਬੜੀ ਸਿਆਣੀ ਸੀ। 84 ਲੱਖ ਜੂਨਾਂ ਦੇ ਵਿੱਚੋਂ ਉੱਪਰ ਕੀਤਾ ਸੀ ਨਾ ਮਨੁੱਖ ਨੂੰ, ਬਾਕੀ ਸਾਰੇ ਤੋਂ ਥੱਲੇ ਹੈ, ਇਹ ਸਾਰਿਆਂ ਤੋਂ ਉੱਤੇ ਹੈ। ਇਸ ਕਰਕੇ ਬਹੁਤ ਸਿਆਣਾ ਹੈ। ਆਪਣੀ ਸਿਆਣਪ ਨਾਲ ਆਪਣੇ ਨਾਲੋਂ 1000 ਗੁਣਾ ਵੱਧ ਤਾਕਤ ਵਾਲੇ ਜੀਵਾਂ ਨੂੰ ਵੀ ਆਪਣੇ ਵੱਸ ਕਰ ਲੈਂਦਾ। ਹਾਥੀ ਦੇ ਨਾਲ ਕੀ ਬੰਦੇ ਦਾ ਮੁਕਾਬਲਾ ਜੇ ਸਰੀਰ ਕਰਕੇ ਲੜਨਾ ਹੋਵੇ, ਪਰ ਉਹਨੂੰ ਵੀ ਵੱਸ ਕਰਕੇ ਆਪਣੇ ਇਸ਼ਾਰਿਆਂ ਤੇ ਨਚਾਉਂਦਾ। ਬੱਬਰ ਸ਼ੇਰ, ਵੱਡੇ ਸ਼ੇਰ ਜਿਹਦੀ ਇੱਕ ਦਹਾੜ ਦੇ ਨਾਲ ਇਹਦੇ ਪ੍ਰਾਣ ਨਿਕਲ ਜਾਣ, ਪਰ ਉਹਨੂੰ ਵੀ ਆਪਣੇ ਵੱਸ ਕਰਕੇ ਤੇ ਆਪਣੇ ਇਸ਼ਾਰਿਆਂ ਤੇ ਨਚਾਉਂਦਾ। ਇਸ ਕਰਕੇ ਜੀਵ ਅਤ ਸਿਆਣੀ ਹੈ, ਜੀਵ ਰੂਪੀ ਮੱਛੀ ਬਹੁਤ ਸਿਆਣੀ ਹੈ ਅਤੇ ਸੋਹਣੀ। ਇਹ ਸੋਹਣੀ ਵੀ ਹੈ, ਬਾਕੀ ਸਾਰੀਆਂ ਜੂਨਾਂ ਦੇ ਨਾਲੋਂ ਮਨੁੱਖਾ ਜਨਮ ਸੁੰਦਰ ਹੈ। ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਕਿੱਡੇ ਸੋਹਣੇ ਅੰਗ ਪ੍ਰਤੰਗ ਨੈਣ ਨਕਸ਼ ਬਣਾਏ ਹਨ। ਇੱਕ ਤਾਂ ਸਰੀਰ ਕਰਕੇ ਸੋਹਣੀ ਤੇ ਸਿਆਣੀ ਹੈ, ਦੂਸਰਾ ਇਹ ਧਰਮ ਗ੍ਰੰਥਾਂ ਨੂੰ ਪੜ੍ਹਨ ਕਰਕੇ ਜੀਵ ਸਿਆਣਾ ਹੈ, ਕਿਉਂਕਿ ਇਹ ਧਰਮ ਗ੍ਰੰਥ ਪੜ੍ਹ ਸਕਦਾ। ਹੋਰ ਜੂਨ ਦੇ ਵਿੱਚ ਜੋ ਰੱਬ ਦੇ ਪਿਆਰਿਆਂ ਵੱਲੋਂ ਜਿਵੇਂ ਸਤਿਗੁਰਾਂ ਵੱਲੋਂ ਗੁਰਬਾਣੀ ਉਚਾਰੀ, ਹੋਰ ਗੁਰਮੁਖਾਂ ਦੇ ਬਚਨ ਨੇ, ਉਹ ਮਨੁੱਖਾ ਜੂਨੀ 'ਚ ਹੀ ਪੜ੍ਹੇ ਜਾ ਸਕਦੇ ਨੇ ਨਾ। ਬਾਕੀ ਕਿਸੇ ਜੂਨ ਦੇ ਵਿੱਚ ਤਾਂ ਨਹੀਂ ਇਹਦਾ ਆਪਾਂ ਪਾਠ ਕਰ ਸਕਦੇ। ਇਹ ਕੁੱਤੇ ਨੂੰ ਅੰਦਰ ਨਹੀਂ ਆਉਣ ਦਿੰਦੇ, ਅੱਗੇ ਲੰਘੇ ਤਾਂ ਸਾਰੇ ਮਗਰ ਭੱਜਦੇ ਨੇ। ਹੈ ਤਾਂ ਉਹ ਜੂਨ ਹੀ ਹੈ, ਪਰ ਉਹ ਇਸ ਤਰ੍ਹਾਂ ਹੈ ਵੀ ਸਾਡੇ ਮਨ 'ਚ ਹੈ ਵੀ ਬਸ ਮਨੁੱਖ ਹੀ ਉੱਤਮ ਹੈ ਨਾ, ਗੁਰੂ ਸਾਹਿਬ ਨੇ ਕਹਿ ਦਿੱਤਾ। ਹੁਣ ਕਿਉਂਕਿ ਉਹਦੇ ਭੌਂਕੇ ਗਈ, ਉਹਨੇ ਕਿਹੜਾ ਕੋਈ ਪਾਠ ਕਰ ਲੈਣਾ ਆ ਕੇ ਜਾਂ ਕੋਈ ਗੁਰਬਾਣੀ ਪੜ੍ਹ ਲੈਣੀ ਹੈ। ਇਸ ਲਈ ਮਹਾਰਾਜ ਕਹਿੰਦੇ ਜੀਵ ਰੂਪੀ ਮੱਛੀ ਸੋਹਣੀ ਹੈ, ਸਿਆਣੀ ਹੈ। ਇਹਦਾ ਸਿਆਣਪੁਣਾ ਇਹ ਹੈ ਵੀ ਧਰਮ ਗ੍ਰੰਥ ਪੜ੍ਹਨੇ ਜਾਣਦੀ ਹੈ, ਤੇ ਸੋਹਣਾਪਣ ਇਹ ਹੈ ਵੀ ਇਹਨੂੰ ਸੰਗਤ ਦੇ ਵਿੱਚ ਬਹਿਣਾ ਵੀ ਆਉਂਦਾ ਹੈ। ਕਿਉਂਕਿ ਤੂੰ ਵਿਸਾ, ਪਰ ਫੇਰ ਵੀ ਤੂੰ ਵਿਸਾਹ ਕਿਉਂ ਕੀਤਾ, ਇਹ ਭਰੋਸਾ ਕਿਉਂ ਕਰ ਲਿਆ ਵੀ ਮੈਂ ਜੇ ਪਰਮੇਸ਼ਰ ਨੂੰ ਛੱਡ ਕੇ ਤਾਂ ਹੋਰ ਪਾਸੇ ਵਿਕਾਰ ਭੋਗਣ ਰੂਪੀ ਦੇਵੀ ਦੇਵਤਿਆਂ ਰੂਪੀ ਟੋਭਿਆਂ 'ਚ ਜਾਊਂ ਤੇ ਉੱਥੇ ਮੈਨੂੰ ਸੁੱਖ ਮਿਲੂਗਾ। ਛੱਪੜ 'ਚ ਕਿਵੇਂ ਤੂੰ ਜਾਣ ਲਿਆ ਵੀ ਸੁਖੀ ਹੋ ਜਾਏਗਾ? ਕਿਵੇਂ ਜਾਣ ਲਿਆ ਵੀ ਪਰਮੇਸ਼ਰ ਦਾ ਨਾਮ ਛੱਡ ਕੇ, ਗੁਰਾਂ ਦੀ ਸਿੱਖਿਆ ਛੱਡ ਕੇ, ਹੋਰ ਅਨਮਤੀਆਂ ਦੇ ਪਿੱਛੇ ਲੱਗ ਕੇ, ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗ ਕੇ ਮੈਂ ਸੁਖੀ ਹੋਊਂ? ਇਹ ਜਿਹੜਾ ਤੂੰ ਭਰੋਸਾ ਕਰ ਲਿਆ ਨਾ ਵਾਹਿਗੁਰੂ ਤੋਂ ਬੇਮੁਖ ਹੋ ਕਰਕੇ, ਇਸੇ ਕਰਕੇ ਕਹਿੰਦੇ ਵੀ ਤੇਰਾ ਜੀਵਨ ਦੁਖਦਾਈ ਹੋਇਆ ਹੈ। ਕੀਤੇ ਕਾਰਨ ਪਾਕੜੀ, ਆ ਵਾਹਿਗੁਰੂ ਤੋਂ ਬੇਮੁਖ ਹੋ ਕਰਕੇ ਦੇਵੀ ਦੇਵਤਿਆਂ ਤੇ ਮੜੀਆਂ ਕਬਰਾਂ ਤੇ ਭਰੋਸਾ ਕਰਨੇ ਕਰਕੇ ਹੀ ਤੂੰ ਵੇਖ ਪਕੜੀ ਗਈ ਆ। ਹੁਣ ਜੰਮਣ ਮਰਨ 'ਚ ਤੈਨੂੰ ਜੀਵ ਪੈਣਾ ਪਊਗਾ। ਤੇਰਾ 84 ਦੇ ਵਿੱਚ ਹੁਣ ਕਹਿੰਦੇ ਚਾਲਾ ਹੋਊਗਾ। ਬਸ 1 ਜੂਨ ਦੇ ਵਿੱਚ ਆਇਆ, ਜੰਮਿਆ ਮਰਿਆ, ਜੰਮਿਆ ਮਰਿਆ, ਜੰਮ ਮਰੇ ਫੇਰ ਜੰਮੇ। ਕਹਿੰਦੇ ਬਸ ਇਹੀ ਚੱਕਰ ਤੇਰਾ ਬਣਿਆ ਹੀ ਰਹੂਗਾ। ਕਾਲ ਨਾ ਟਲੈ ਸਿਰਾ, ਹਾਂ ਇਹ ਗੱਲ ਸਮਝ ਲੈ ਵੀ ਜਿਹੜਾ ਕਾਲ ਹੈ ਨਾ, ਇਹ ਕਿਸੇ ਯਤਨ ਕੀਤਿਆਂ, ਹੀਲਾ ਵਸੀਲਾ ਕੀਤਿਆਂ, ਲੈ ਦੇ ਕੇ, ਕੁਝ ਸਿਆਣਪ ਵਿਖਾ ਕੇ, ਜਿਹੜਾ ਸਿਰ ਤੇ ਕਾਲ ਦਾ ਮੌਤ ਦਾ ਸਮਾਂ ਨਿਯਤ ਹੋਇਆ ਹੈ, ਕਾਲ ਨਾ ਟਲੈ ਸਿਰਾ ਹੋਏ, ਸਿਰ ਤੋਂ ਟਲਦਾ ਨਹੀਂ। ਇਹ ਮੌਤ ਤਾਂ ਵਾਪਰ ਕੇ ਰਹਿਣੀ ਹੈ। ਜੇ ਬੇਮੁਖ ਹੋ ਕੇ ਮਰੇਗਾ ਤੇ ਨਰਕਾਂ ਦੇ ਤੇ ਜੂਨੀਆਂ ਦੇ ਦੁੱਖ ਭੋਗੇਗਾ, ਤੇ ਸਵਾਸ ਤਾਂ ਜਿਹੜੇ ਉਦਾਂ ਵੀ ਪੂਰੇ ਹੋਣਗੇ, ਪਰ ਜੇ ਸਨਮੁਖ ਹੋ ਕੇ ਰਹੇਗਾ, ਆਨੰਦ ਵੀ ਮਾਣੇਗਾ, ਇੱਥੇ ਰਹਿੰਦਿਆਂ ਵੀ ਸੁਖੀ ਰਹੇਗਾ ਤੇ ਅੱਗੇ ਵੀ ਸੁਖ ਮਾਣੇਗਾ। ਇਹ ਕਾਲ ਦਾ ਜਿਹੜਾ ਸਮਾਂ ਸਿਰ ਤੋਂ ਟਲਦਾ ਨਹੀਂ, ਜਿਹੜਾ ਸਮਾਂ ਬਣਿਆ ਹੋਇਆ। ਜਿਵੇਂ ਪ੍ਰੀਸ਼ਤ ਰਾਜੇ ਨੂੰ 7 ਦਿਨ ਪਹਿਲਾਂ ਲੱਗ ਗਿਆ ਸੀ ਪਤਾ ਵੀ ਮੈਂ ਮਰ ਜਾਣਾ ਹੈ, ਗੰਗਾ ਦੇ ਵਿੱਚ ਸੀਸ ਮਹਿਲ ਬਣਾ ਕਰਕੇ ਬੈਠ ਗਿਆ, ਕਹਿੰਦਾ ਵੀ ਮੈਂ ਮਾਰ ਹੀ ਨਹੀਂ ਸਕਦਾ, ਮੇਰੇ 'ਚ ਸਿਆਣਪ ਬੜੀ ਹੈ। ਉਹਨੂੰ ਦੱਸਤਾ ਸੀ ਰਿਸ਼ੀ ਨੇ ਵੀ ਤੇਰੀ ਮੌਤ ਹੈ। ਕਹਿੰਦਾ ਐਵੇਂ ਕਿਵੇਂ ਮਰ ਜੂੰਗਾ, ਕਿਵੇਂ ਮੌਤ ਹੋ ਜਾਏਗੀ ਮੇਰੀ? ਇਹ ਵੀ ਦੱਸਦਾ ਵੀ ਸੱਪ ਲੜ ਕੇ ਮਰੇਗਾ, ਇਹ ਵੀ ਦੱਸ ਦਿੱਤਾ ਵੀ ਸੱਪ ਲੜੂ ਫੇਰ ਮਰੇਗਾ। ਉਹਨੇ ਸੀਸ ਮਹਿਲ ਹੀ ਬਣਾ ਲਿਆ ਵੀ ਜਿਹਦੇ ਵਿੱਚ ਆਉਂਦੀ ਹਰ ਇੱਕ ਚੀਜ਼ ਦਿਖੇ, ਤੇ ਸਖਤ ਪਹਿਰੇ ਲਾ ਦਿੱਤੇ, ਨਾਲ
ਪਹਿਰੇਦਾਰ। ਜਿੱਥੇ ਕੀੜੀ ਆਉਂਦੀ ਵੀ ਦਿਖਦੀ ਸੀ ਉੱਥੇ, ਕਿਉਂਕਿ ਰਾਜਾ ਫੁੱਲਾਂ ਦੇ ਨਾਲ ਪੂਜਾ ਕਰਦਾ ਸੀ ਨਾ, ਨਾਲ ਨਾਲ ਸੁਗੰਧੀਆਂ ਮਾਣਦਾ। ਰਾਜੇ ਲੋਕਾਂ ਨੂੰ ਇਹੋ ਜਿਹੇ ਸ਼ੌਂਕ ਹੁੰਦੇ ਨੇ, ਤੇ ਫੁੱਲਾਂ ਦਾ ਜਿਹੜਾ ਗੁਲਦਸਤਾ ਲੈ ਕੇ ਆਉਂਦੇ, ਹਾਰ ਲੈ ਕੇ ਆਉਂਦੇ। ਜਦੋਂ ਸਮਾਂ ਆਇਆ, ਜਿਹੜਾ ਸਿਰ ਤੇ ਕਾਲ ਸੀ, ਤਸ਼ਕ ਨਾਗ ਬਹੁਤ ਬਰੀਕ ਤੋਂ ਬਰੀਕ ਬਣ ਕੇ ਫੁੱਲ ਦੇ ਰਾਹੀਂ ਆਇਆ। ਜਦੋਂ ਸੁਗੰਧੀ ਲੈਣ ਲਈ ਉਹਨੇ ਨਾਸਕਾਂ ਨੂੰ ਸੁੰਘਿਆ, ਫੁੱਲਾਂ ਨੂੰ ਸੁੰਘਿਆ, ਮੱਥੇ ਦੇ ਨਾਲ ਲਾਇਆ, ਉੱਥੋਂ ਹੀ ਨਿਕਲ ਕੇ ਡੰਗ ਮਾਰਿਆ ਤੇ ਉੱਥੇ ਮਰ ਗਿਆ। ਇਹ ਉਦਾਹਰਨ ਦਾ ਭਾਵ ਹੈ ਵੀ ਜਿਹੜਾ ਸਮਾਂ ਹੈ ਨਾ, ਉਹ ਅੱਗੇ ਪਿੱਛੇ ਨਹੀਂ ਹੁੰਦਾ, ਉਹ ਟਲਦਾ ਨਹੀਂ ਹੈ। ਅਫਲਾਤੂ ਦੀ ਕਿੱਡੀ ਸਾਖੀ ਪ੍ਰਸਿੱਧ, ਕਿੰਨੀ ਵਾਰ ਸੁਣੀ। ਕਹਿੰਦੇ ਇੰਨਾ ਕੁ ਸਿਆਣਾ ਸੀ ਨਾ ਇਹਨੇ ਆਪਣੇ ਵਰਗੇ ਹੂਬ ਬੁੱਤ ਬਣਾ ਲਏ ਸਨ। ਅੱਜ ਕੱਲ੍ਹ ਵੀ ਬਣਾ ਲੈਂਦੇ ਨੇ, ਜਿਹੋ ਜਿਹਾ ਮਨੁੱਖ ਹੋਵੇ ਉਹਦੇ ਵਰਗਾ ਉਹਦਾ ਕਹਿੰਦੇ ਸਟੈਚੂ ਬਣਾ ਦਿੱਤਾ। ਸਟੈਚੂ ਕਹਿ ਲਓ, ਬੁੱਤ ਕਹਿ ਲਓ, ਵੀ ਜਿੱਦਾਂ ਦਾ ਉਹ ਆਪ ਸੀ ਉੱਦਾਂ ਦਾ ਹੀ ਉਹਨੇ ਸਭ ਕੁਝ ਬਣਾ ਲਿਆ। ਧਰਮਰਾਜੇ ਨੂੰ ਜਮਦੂਤ ਕਹਿੰਦੇ ਜੀ ਅਸੀਂ ਕਿਵੇਂ ਪਛਾਣਾਂਗੇ, ਤਾਂ ਬਹੁਤ ਚਲਾਕੀ ਖੇਡ ਗਿਆ। ਕਹਿੰਦੇ 4-5 ਦੀ ਤੁਸੀਂ ਵਡਿਆਈ ਜੀ ਕਰਕੇ 6ਵੇਂ-7ਵੇਂ ਦਾ ਨੁਕਸ ਕੱਢਿਓ, ਜਿੰਨੇ ਬਣਾਏ ਹੋਣਗੇ ਨਾ ਉਹ ਆਪੇ ਹੀ ਬਾਹਰ ਆ ਜਾਊਗਾ, ਫਿਰ ਫੜ ਲਿਓ ਉਹਨੂੰ। ਉਹਨੇ ਐਵੇਂ ਕੀਤਾ, 4-5-6 ਵੇਖੇ, ਕਹਿੰਦੇ ਬੜੇ ਸੋਹਣੇ, ਆਹ ਬੜਾ ਸੋਹਣਾ ਬਣਾਇਆ, ਜਿੰਨੇ ਬਣਾਇਆ ਆਹ ਵੀ ਬੜਾ ਸੋਹਣਾ। 6ਵੇਂ-7ਵੇਂ ਕਹਿੰਦੇ ਆਹ ਨੁਕਸ ਰਹਿ ਗਿਆ ਇਹ 'ਚ, ਆਹ ਜਿਹਨੇ ਬਣਾਇਆ ਕਮੀ, ਉਹ ਕਮੀ। ਜਦੋਂ ਕਿਸੇ ਦੀ ਕੋਈ ਕਮੀ ਕੱਢੇ ਨਾ ਤੇ ਬੰਦੇ ਦੇ ਕੋਲ ਜਰ ਨਹੀਂ ਹੁੰਦਾ। ਅੱਜ ਕੱਲ੍ਹ ਬਹੁਤ ਆਫਰ ਜਾਂਦੇ ਆ ਝਾਟੀ ਵੀ ਤੂੰ ਹੁੰਦਾ ਕੌਣ ਹੈ, ਉਸੇ ਵੇਲੇ ਹੀ ਉਹ ਨਿਕਲ ਗਿਆ। ਕਹਿੰਦੇ ਤੁਸੀਂ ਕੌਣ ਹੋ ਮੇਰੀ ਬਣਤ ਵਿੱਚ ਨੁਕਸ ਕੱਢਣ ਵਾਲੇ? ਉਹਨੂੰ ਅਸਲੇ ਢਾ ਲਿਆ, ਕਹਿੰਦੇ ਦੱਸਦੇ ਆ ਤੈਨੂੰ, ਜਿਹੜਾ ਤੇਰੇ ਸਿਰ ਤੇ ਫਿਰਦੇ ਸਾਂ, ਤੇਰਾ ਇਰਾਦਾ ਵੀ ਇਹ ਸਮਾਂ ਲੰਘਾ ਲਾਂਗਾ, ਉਸੇ ਵੇਲੇ ਅੱਗੇ ਲਾ ਕੇ ਤੋਰ ਲਿਆ। ਜਿਹੜਾ ਕਾਲ ਸਿਰ ਤੇ ਆਇਆ ਹੈ ਕਿਸੇ ਵੀ ਸਿਆਣਪ ਦੇ ਨਾਲ ਟਲਦਾ ਨਹੀਂ ਹੈ, ਮੌਤ ਆਉਂਦੀ ਹੋਈ ਹੈ। ਭਾਈ ਰੇ ਇਉਂ ਸਿਰ ਜਾਣਹੁ ਕਾਲ। ਇਸ ਕਰਕੇ ਮਹਾਰਾਜ ਕਹਿੰਦੇ ਹੈ ਭਾਈ ਰੇ, ਜਾਂ ਪਿਛਲੀਆਂ ਤੁਕਾਂ ਫੇਰ ਪੜੋ। ਮਛਲੀ ਜਾਲ ਨਾ ਜਾਣਿਆ, ਮਛਲੀ ਜਾਲ ਨਾ ਜਾਣਿਆ। ਇਸ ਜੀਵ ਨੇ ਮੱਛੀ ਦੀ ਨਿਆਈ ਆਪਣੇ ਉੱਤੇ ਪਿਆ ਹੋਇਆ ਮਾਇਆ ਮੋਹ ਦਾ ਜਾਲ ਜਾਣਿਆ ਹੀ ਨਹੀਂ। ਸਰ ਖਾਰਾ ਅਸਗਰ। ਆ ਜਿਹੜਾ ਇਹ ਸਰ ਤੋਂ ਭਾਵ ਸਮੁੰਦਰ ਕੀ ਹੈ? ਸੰਸਾਰ। ਸੰਸਾਰ ਸਮੁੰਦਰ 'ਚ ਰਹਿੰਦਿਆਂ ਹੋਇਆ ਜੀਵ ਨੇ, ਇਹਦੇ ਵਿੱਚ ਪਾਣੀ ਕਿਹੜਾ ਹੈ? ਜਿਹੜਾ ਪਦਾਰਥਾਂ ਰੂਪੀ ਪਾਣੀ ਦੇ ਨਾਲ ਭਰਿਆ ਹੈ। ਕਈ ਤਰ੍ਹਾਂ ਦੇ ਪਦਾਰਥ ਹਨ। ਖਾਰਾਪਣ ਕੀ ਹੈ? ਜਿਹੜੇ ਇਹਨੂੰ ਦੁੱਖ ਮਿਲਦੇ ਨੇ, ਸੰਸਾਰ ਦੇ ਦੁੱਖ ਵੀ ਭੋਗਦਾ ਰਿਹਾ, ਪਦਾਰਥਾਂ ਰੂਪੀ ਪਾਣੀ ਦੇ ਵਿੱਚ ਵੀ ਚੁੰਮੀਆਂ ਮਾਰਦਾ ਰਿਹਾ। ਵੀ ਅਸਗਾਹੋ ਬੜਾ ਡੂੰਘਾ ਹੈ, ਵੀ ਬੜੇ ਪਦਾਰਥ ਨੇ, ਇੱਕ ਤੋਂ ਇੱਕ ਨਵੀਂ ਸ਼ੈ ਖਾਣ ਵਾਸਤੇ, ਪਹਿਨਣ ਦੇ ਲਈ, ਭੋਗਣ ਦੇ ਲਈ ਮੁੱਕਦੀਆਂ ਨਹੀਂ ਇੰਨੀਆਂ ਕੁ ਵਸਤੂਆਂ। ਇਹ ਸਮਝੋ ਵੀ ਪਾਣੀ ਹੀ ਹੈ। ਜਿਵੇਂ ਮੱਛੀ ਰਹੇ ਸਮੁੰਦਰ 'ਚ, ਤੇ ਉਹ ਸਮਝੇ ਵੀ ਸਮੁੰਦਰ 'ਚ ਰਹਿਣ ਦੇ ਨਾਲ ਹੁਣ ਕਿਹੜਾ ਮੇਰੀ ਮੌਤ ਹੋਣੀ ਹੈ, ਮੌਤ ਤੇ ਉੱਥੇ ਵੀ ਆ ਹੀ ਜਾਣੀ ਹੈ। ਇਸੇ ਤਰ੍ਹਾਂ ਜੇ ਕੋਈ ਆਖੇ ਵੀ ਮੈਂ ਬਹੁਤੇ ਪਦਾਰਥਾਂ 'ਚ ਰਹਾਂ, ਬਹੁਤੇ ਮੇਰੇ ਕੋਲ ਪਦਾਰਥ ਨੇ, ਮੈਂ ਕਿਹੜਾ ਮਰਨ ਲੱਗਾ ਹਾਂ, ਕਹਿੰਦੇ ਵੀ ਇਹ ਇੱਕ ਭੁਲੇਖਾ ਹੀ ਹੈ। ਸੰਸਾਰ ਸਮੁੰਦਰ ਰੂਪੀ ਪਦਾਰਥਾਂ ਰੂਪੀ ਪਾਣੀ 'ਚ, ਦੁੱਖਾਂ ਰੂਪੀ ਖਾਰੇ ਪਾਣੀ 'ਚ ਰਹਿੰਦਿਆਂ ਹੋਇਆਂ ਵੀ ਜੋ ਇਹ ਜੀਵ ਹੈ ਮੱਛੀ ਹੈ। ਆਤ ਸਿਆਣੀ ਸੋਹਣੀ। ਭਾਵੇਂ ਅਤਿਅੰਤ ਸਿਆਣੀ ਮੰਨੀ ਬੈਠੀ ਆਪਣੇ ਆਪ ਨੂੰ ਵੀ ਮੈਂ ਬੜਾ ਸੋਹਣਾ, ਮੈਂ ਬੜਾ ਸਿਆਣਾ, ਮੇਰੇ 'ਚ ਬੜੀਆਂ ਚਤੁਰਾਈਆਂ ਨੇ, ਤੇ ਪਦਾਰਥ ਭੋਗਣੇ ਆਪਣੇ ਆਪ ਨੂੰ ਮੰਨ ਲਿਆ ਵੀ ਪਤਾ ਨਹੀਂ ਸਦਾ ਉੱਥੇ ਕਿੱਲੇ ਗੱਡ ਕੇ ਬੈਠੇ ਰਹਿਣਾ ਹੈ। ਕਿਉਂਕਿ ਤੂੰ ਵਿਸਾ। ਮਹਾਰਾਜ ਕਹਿੰਦੇ ਭਾਈ ਤੂੰ ਵਿਸਾਹ ਕਿਉਂ ਕਰ ਲਿਆ? ਕਿਉਂ ਇਹ ਭਰੋਸਾ ਕਰ ਲਿਆ ਵੀ ਮੈਂ ਸ਼ਾਇਦ ਇੱਥੇ ਬੈਠੇ ਰਹਿਣਾ, ਵੀ ਆ ਮੇਰਾ ਪਰਿਵਾਰ, ਟੱਬਰ, ਕਬੀਲਾ, ਧੀਆਂ, ਪੁੱਤ, ਬਸ ਇਹਨਾਂ ਦੇ ਮੋਹ ਵਿੱਚ ਫਸਿਆ ਰਿਹਾ, ਤੇ ਰੱਬ ਨੂੰ ਭੁਲਾ ਹੀ ਦਿੱਤਾ ਤੇ ਮੌਤ ਨੂੰ ਵੀ ਭੁਲਾ ਦਿੱਤਾ। ਕੀਤੇ ਕਾਰਨ ਪਾਕੜੀ। ਬਸ ਇਹ ਪਦਾਰਥਾਂ ਦੇ ਵਿੱਚ ਸਰੀਰਾਂ ਨਾਲ ਮੋਹ ਕਰਨੇ ਕਰਕੇ ਇਹ ਜੀਵ ਰੂਪੀ ਮੱਛੀ ਫੜੀ ਜਾਂਦੀ ਹੈ। ਮੰਨਦਾ ਤਾਂ ਇਹੀ ਹੈ ਵੀ ਮੇਰੀ ਕਿਹੜੀ ਮੌਤ ਹੋਣ ਲੱਗੀ, ਵੀ ਮੇਰੇ ਕੋਲ ਇੰਨਾ ਕੁਝ ਆ। ਕਹਿੰਦੇ ਤੂੰ ਕੀ ਹੈ? ਇੱਥੇ ਤੇ ਰਾਵਣ ਵਰਗੇ ਛਤਰਪਤੀ, ਕਹਿੰਦੇ ਵੀ ਜਿਨ੍ਹਾਂ ਦਾ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ? ਕਹਿੰਦੇ ਤੂੰ ਕੀ ਆ ਚਾਰਕ ਪਲਸਤਰ ਕਰਕੇ ਪੱਥਰ ਲਾ ਕੇ ਤੇ ਫੁੱਲਿਆ ਫਿਰਦਾ ਵੀ ਮੈਂ ਬਹੁਤ ਵੱਡਾ ਹੈ। ਉਹ ਜਿਹਨੇ ਸੋਨੇ ਦਾ ਹੀ ਘਰ ਬਣਾਇਆ ਸੀ ਸਾਰਾ ਆਪਣਾ ਰਹਿਣ ਦਾ, ਜਿਹਦਾ ਸ਼ਹਿਰ ਹੀ ਸੋਨੇ ਦਾ ਬਣਾਇਆ, ਉਹ ਕੀ ਲੈ ਗਿਆ ਇੱਥੋਂ? ਇਹ ਕਾਹਦਾ ਤੂੰ ਭਰੋਸਾ ਕਰੀ ਬੈਠਾ? ਵਿਸਾਹ ਕਾਹਦੇ ਵਾਸਤੇ ਖਾ ਗਿਆ? ਵੀ ਹੋ ਸਕਦਾ ਹੈ ਵੀ ਮੈਨੂੰ ਕੀ ਲੋੜ ਹੈ ਨਾਮ ਜਪਣ ਦੀ, ਮੇਰੇ ਕੋਲ ਤੇ ਮਾਇਆ ਬਹੁਤ ਹੈ, ਮੇਰੇ ਕੋਲ ਤੇ ਪਦਾਰਥ ਬਹੁਤ ਹੈ, ਮੈਂ ਤੇ ਬਹੁਤ ਜ਼ਿਆਦਾ ਸਿਆਣਾ ਹਾਂ,
ਕਹਿੰਦੇ ਵੀ ਇਹ ਤੂੰ ਵਸਾ ਇਹ ਭਰੋਸਾ ਜਿਹਾ ਕਰਕੇ ਤੂੰ ਸਮਝ ਲਿਆ ਵੀ ਮੈਂ ਹੁਣ ਬਸ ਮਾਇਆਧਾਰੀ ਹੋ ਗਿਆ ਤੇ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਕਹਿੰਦੇ ਵੀ ਇਹ ਬਸ ਤੇਰੇ ਇਸੇ ਭਰੋਸੇ ਕਰਕੇ ਤੂੰ ਫੜਿਆ ਗਿਆ, ਤੈਨੂੰ ਜਾਲ ਪਾ ਕੇ ਮੋਹ ਦਾ ਕਾਲ ਨੇ ਪਕੜਨਾ ਕੀਤਾ। ਕਾਲ ਨਾ ਟੜੈ ਸਿਰ ਜਿਹੜਾ ਮੌਤ ਦਾ ਸਮਾਂ ਹੈ ਕਾਲ, ਉਹ ਨਹੀਂ ਸਿਰ ਤੋਂ ਟਲਦਾ, ਉਹ ਆ ਕੇ ਹੀ ਰਹੂਗਾ। ਜਿੰਨੇ ਮਰਜੀ ਕਹਿੰਦੇ ਗੱਡੇ ਲਈ ਫਿਰ, ਜਿੰਨੀਆਂ ਮਰਜੀ ਕੋਠੀਆਂ ਪਾ ਲੈ। ਭਾਈ ਰੀ ਇਉ ਸਿਰ ਜਾਣਹੁ ਕਾਲ। ਇਸ ਕਰਕੇ ਭਾਈ ਆਪਣੇ ਸਿਰ ਤੇ ਮੌਤ ਨੂੰ ਇਸ ਤਰ੍ਹਾਂ ਸਮਝ ਹਰ ਸਮੇਂ ਵੀ ਮੌਤ ਤੇਰੇ ਸਿਰ ਤੇ ਖੜੀ ਹੈ। ਜਿਉ ਮੱਛੀ ਤਿਉ ਮਾਣਸ। ਹਾਂ, ਜਿਵੇਂ ਮੱਛੀ ਫਸ ਜਾਂਦੀ ਹੈ ਨਾ, ਉਹਨੂੰ ਭੁੱਲ ਜਾਂਦਾ ਹੈ ਵੀ ਪਤਾ ਨਹੀਂ ਮੈਂ ਸਮੁੰਦਰ ਚ ਹਾਂ ਤੇ ਮੇਰੀ ਮੌਤ ਨਹੀਂ ਹੋਏਗੀ, ਪਰ ਜਾਲ ਪਾਉਣ ਵਾਲਾ ਉੱਥੇ ਵੀ ਪਾ ਲੈਂਦਾ। ਇਸੇ ਤਰ੍ਹਾਂ ਹੀ ਮਨੁੱਖਾਂ ਦੀ ਹਾਲਤ ਹੈ। ਮਾਇਆ ਮੋਹ ਪਦਾਰਥਾਂ 'ਚ ਭੁੱਲ ਤਾਂ ਜਾਂਦੇ ਆ, ਪਰ ਮੌਤ ਆਉਂਦੀ ਹੈ ਜਦੋਂ ਫੇਰ ਪਤਾ ਲੱਗਦਾ ਹੈ। ਪਵੈ ਚਿੰਤਾ ਜਾਲ। ਉਹ ਫਿਰ ਸੁਨੇਹਾ ਦੇ ਕੇ ਥੋੜਾ ਆਉਂਦੇ ਹਨ। ਪਵੈ ਅਚਿੰਤਾ ਜਾਲ, ਕਹਿੰਦੇ ਅਚਿੰਤ ਹੀ ਜਾਲ ਪੈਂਦੇ ਨੇ। ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਜਿਹੜੀਆਂ ਗੱਲਾਂ ਸੋਚੀਆਂ ਹੀ ਨਹੀਂ ਕਦੀ ਆਪਾਂ, ਉਹ ਗੱਲਾਂ ਕਹਿੰਦੇ ਰੱਬ ਕਰ ਦਿੰਦਾ। ਕਦੀ ਕੋਈ ਇਸ ਤਰ੍ਹਾਂ ਸੁਣ ਕੇ ਵੀ ਰਾਜੀ ਨਹੀਂ, ਕਿਸੇ ਨੂੰ ਕੋਈ ਕਹਿ ਦਵੇ ਨਾ ਗੁੱਸੇ 'ਚ ਜਾਂ ਹਾਸੇ 'ਚ ਵੀ ਤੂੰ ਮਰ ਜਾ, ਉਹ ਅੱਗੋਂ ਕਹਿੰਦਾ ਤੂੰ ਮਰੇ, ਤੇਰੇ ਮਰਨ ਜਾਣਦੇ, ਮੈਂ ਕਿਉਂ ਮਰਾਂ। ਮਰਨਾ ਸ਼ਬਦ ਸੁਣ ਕੇ ਸਾਨੂੰ ਬਹੁਤ ਦੁੱਖ ਲੱਗਦਾ, ਪਰ ਪਾਤਸ਼ਾਹ ਕਹਿੰਦੇ ਜਿਹੜੀ ਗੱਲ ਸੋਚਦਾ ਵੀ ਨਹੀਂ ਨਾ ਬੰਦਾ ਵੀ ਮੈਂ ਵੀ ਮਰੂੰਗਾ, ਮੇਰਾ ਉਹ ਵੀ ਕਿਤੇ ਮਰੂਗਾ, ਕਹਿੰਦੇ ਉਹ ਗੱਲਾਂ ਰੱਬ ਫਿਰ ਕਰਦਾ ਹੈ। ਇਸ ਤਰ੍ਹਾਂ ਮੌਤ ਜਿਹੜੀ ਹੈ ਅਚਿੰਤੀ ਆ ਕੇ ਮੌਤ ਦਾ ਕਾਲ ਦਾ ਜਾਲ ਪੈਂਦਾ ਮਾਇਆ ਮੋਹ ਰੂਪੀ, ਤੇ ਫਿਰ ਅੱਗੇ ਲਾ ਕੇ ਤੋਰ ਲੈਂਦੇ ਨੇ। ਇਸ ਕਰਕੇ ਇਹ ਭਾਈ ਮੌਤ ਨਾ ਭੁੱਲੀਏ, ਮੌਤ ਚੇਤੇ ਰਹੇ ਤਾਂ ਫਿਰ ਬੰਦੇ 'ਚ ਰੱਬ ਦਾ ਡਰ ਹੁੰਦਾ। ਰੱਬ ਦਾ ਡਰ ਹੋਵੇ ਫਿਰ ਪ੍ਰੇਮ ਪੈਦਾ ਹੁੰਦਾ, ਪ੍ਰੇਮ ਹੋਵੇ ਤੇ ਵਾਹਿਗੁਰੂ ਦੀਆਂ ਖੁਸ਼ੀਆਂ ਮਿਲਦੀਆਂ, ਸੁੱਖ ਮਿਲਦਾ ਹੈ। ਸਵਾਸ ਤਾਂ ਉਹਨੇ ਹੀ ਲੈਣੇ ਆ, ਰੱਬ ਨੂੰ ਭੁਲਾ ਕੇ ਵੀ ਸਾਹ ਉਹਨੇ ਹੀ ਆਉਣੇ ਆ ਤੇ ਰੱਬ ਨੂੰ ਚੇਤੇ ਕਰਕੇ ਵੀ ਉਹਨੇ ਹੀ ਆਉਣੇ ਆ। ਪਰ ਰੱਬ ਨੂੰ ਭੁਲਾ ਕਰਕੇ ਸਦਾ ਇੱਥੇ ਵੀ ਦੁਖੀ ਅੱਗੇ ਵੀ ਦੁਖੀ, ਤੇ ਰੱਬ ਨੂੰ ਚੇਤੇ ਰੱਖਿਆ ਦੋਵੇਂ ਜਹਾਨਾਂ 'ਚ ਸੁਖੀ ਹੋਵਾਂਗੇ। ਤਾਈਓ ਸਾਨੂੰ ਸਿੱਖਿਆ ਦੇ ਰਹੇ ਆ ਪਾਤਸ਼ਾਹ ਵੀ ਮੌਤ ਦਾ ਵਸਾ ਨਾ ਕਰੀ, ਪਤਾ ਨਹੀਂ ਕਦੋਂ ਆ ਜਾਣੀ, ਉਹ ਤੋਂ ਪਹਿਲਾਂ ਪਹਿਲਾਂ ਹੀ ਨਾਮ ਜਪ ਲੈ। ਕਿਉਂਕਿ ਰਾਣਾ ਰਾਓ ਨਾ ਖੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਬਾਦਸ਼ਾਹ ਸਾਹ ਵਪਾਰੀ ਮਰਨਾ, ਜੋ ਦਿਸੈ ਸੋ ਕਾਲ ਹੈ ਖਰਨਾ। ਕਹਿੰਦੇ ਵੀ ਭਾਵੇਂ ਕੋਈ ਬਾਦਸ਼ਾਹ ਹੈ, ਕੋਈ ਸ਼ਾਹੂਕਾਰ ਸੇਠ ਹੈ, ਕੋਈ ਵੱਡਾ ਬਿਜ਼ਨਸਮੈਨ ਵਪਾਰੀ ਹੈ, ਸਾਰਿਆਂ ਨੇ ਮਰ ਜਾਣਾ। ਇਹ ਨਾ ਸਮਝਿਓ ਵੀ ਪੈਸੇ ਜ਼ਿਆਦੇ ਹੋਣ ਤੇ ਰਾਜੇ ਬਣ ਜਾਈਏ ਤੇ ਫੇਰ ਨਹੀਂ ਇਹ ਸਮਾਂ ਹੁੰਦਾ। ਇਹ ਸਮਾਂ ਸਾਰਿਆਂ ਦੇ ਪਤਾ ਨਹੀਂ ਆ ਜਾਣਾ, ਕਦੋਂ ਆ ਜਾਣਾ। ਮੌਤ ਚੇਤੇ ਰੱਖੀਏ ਤੇ ਰੱਬ ਦਾ ਚੇਤਾ ਵੀ ਨਾ ਭੁਲਾਈਏ। ਵਿਸ਼ਰਾਮ ਦੇ ਕੇ ਗੁਰੂ ਨਾਨਕ ਦੇਵ ਸਾਹਿਬ ਬਖਸ਼ਿਸ਼ ਕਰਦੇ ਹਨ। ਸਭ ਜਗ ਬਧੂ ਕਾਲ। ਇਹ ਭਾਈ ਸਾਰਾ ਹੀ ਜਗਤ ਜਿਹੜਾ ਹੈ ਇਹ ਕਾਲ ਦੇ ਅਧੀਨ ਹੈ, ਉਹਨੇ ਬੰਨਿਆ ਹੋਇਆ, ਸਾਰੇ ਹੀ ਨਰੜੇ ਹੋਏ ਹਨ। ਸਾਰਿਆਂ ਦੇ ਸਿਰ ਤੇ ਮੌਤ ਦਾ ਜਿਹੜਾ ਸਮਾਂ ਲਟਕ ਰਿਹਾ ਏ। ਬਿਨ ਗੁਰ ਕਾਲ ਅਫਾਰ। ਬਿਨਾਂ ਗੁਰੂ ਸਾਹਿਬ ਜੀ ਦੀ ਸ਼ਰਨ ਆਏ ਤੋਂ ਜਿਹੜਾ ਕਾਲ ਹੈ ਨਾ, ਇਹ ਬੜਾ ਅਫਾਰ ਅਮੋੜ ਹੋ ਰਿਹਾ ਹੈ, ਇਹ ਨਹੀਂ ਟਲਦਾ। ਮਹਾਰਾਜ ਕਹਿੰਦੇ ਵੀ ਜਿਹੜਾ ਤੇ ਗੁਰੂ ਦੀ ਸ਼ਰਨ ਆਵੇ ਉਹ ਤਾਂ ਜੰਮਣ ਮਰਨ ਦੇ ਦੁੱਖਾਂ ਤੋਂ ਫਿਰ ਬਚ ਜਾਂਦਾ, ਨਰਕਾਂ ਤੋਂ। ਪਰ ਗੁਰੂ ਦੀ ਸ਼ਰਨ ਤੋਂ ਬਗੈਰ ਸਾਰਾ ਜਗਤ ਦੇ ਜੀਵ ਕਾਲ ਦੇ ਵਿੱਚ ਬੱਝੇ ਫਸੇ ਪਏ ਨੇ ਅਤੇ ਵਾਰ-ਵਾਰ ਜੰਮਣ ਮਰਨ ਦੇ ਦੁੱਖ ਨੂੰ ਪਾਉਂਦੇ ਹਨ, ਕਿਉਂਕਿ ਬੜਾ ਅਫਾਰ ਹੈ, ਬੜਾ ਅਮੋੜ ਹੈ, ਇਹ ਨਹੀਂ ਕਿਸੇ ਦੇ ਕਹੇ ਲੱਗਦਾ। ਸਚ ਰਤੀ ਸੇ ਉਬਰੀ। ਮਹਾਰਾਜ ਕੋਈ ਬਚ ਨਹੀਂ ਸਕਦਾ ਜੰਮਣ ਮਰਨ ਤੋਂ। ਕਹਿੰਦੇ ਜਿਹੜੇ ਸੱਚ ਦੇ ਵਿੱਚ ਰੱਤੇ ਗਏ ਆ, ਜਿਨ੍ਹਾਂ ਨੂੰ ਸੱਚੇ ਨਾਮ ਦਾ ਪ੍ਰੇਮ ਲੱਗ ਗਿਆ ਹੈ, ਜਿਹੜੇ ਨਾਮ ਨੂੰ ਜਪਦੇ ਨੇ ਗੁਰੂ ਸਾਹਿਬ ਦੁਆਰਾ, ਸੇ ਉਭਰੇ, ਉਹ ਬਚ ਗਏ ਹਨ। ਉਹਨਾਂ ਦਾ ਉਧਾਰ ਹੋਇਆ ਹੈ ਜੰਮਣ ਮਰਨ ਤੋਂ, ਉਹ ਜੀਵਨ ਮੁਕਤ ਹੋ ਗਏ ਨੇ। ਇੱਥੇ ਵਿਕਾਰਾਂ ਵੱਲੋਂ ਵੀ ਦੁਖੀ ਕਰਨ ਵੱਲੋਂ ਬਚ ਗਏ ਨੇ। ਦੁਬਦਾ ਛੂੜ ਵਿਕਾਰ। ਬਚੇ ਕਿਵੇਂ ਹਨ? ਗੁਰੂ ਸਾਹਿਬ ਜੀ ਦੇ ਉਪਦੇਸ਼ ਸਿੱਖਿਆ ਲੈ ਕੇ ਉਹਨਾਂ ਨੇ ਦੁਬਦਾ ਛੱਡ ਦਿੱਤੀ। ਜਿਹੜੀ ਦੁਬਦਾ ਹੈ ਕਿ ਨਾਮ ਜਪਾਂ ਨਾ ਜਪਾਂ, ਗੁਰੂ ਘਰ ਜਾਵਾਂ ਨਾ ਜਾਵਾਂ, ਸੇਵਾ ਕਰਾਂ ਜਾਂ ਨਾ ਕਰਾਂ, ਕੋਈ ਫਾਇਦਾ ਹੋਊ ਜਾਂ ਨਹੀਂ ਹੋਊ, ਇਹ ਦੁਬਦਾ ਨੂੰ ਵੀ ਉਹਨਾਂ ਨੇ ਛੱਡ ਦਿੱਤਾ ਹੈ।
ਤੇ ਵਕਾਰ ਜਿਹੜੇ ਪੰਜੇ ਹਨ, ਕਾਮ ਕ੍ਰੋਧ ਆਦਿਕ ਪਿੱਛੇ ਲੱਗ ਕੇ ਮਾੜੇ ਕਰਮ ਕਰਨੇ, ਉਹਨਾਂ ਨੇ ਵਕਾਰਾਂ ਦਾ ਵੀ ਤਿਆਗ ਕਰ ਦਿੱਤਾ। ਦੁਬਦਾ ਆਦਿਕ ਤੇ ਵਕਾਰ ਛੱਡ ਦਿੱਤੇ ਨੇ। ਗੁਰੂ ਦਾ ਨਾਮ ਬਖਸ਼ਿਆ ਜਪ ਕੇ ਉਹ ਉਭਰ ਗਏ, ਬਚ ਗਏ ਹਨ ਜੰਮਣ ਮਰਨ ਤੋਂ, ਮੌਤ ਤੋਂ। ਹਉ ਤਿਨ ਕੈ ਬਲਹਾਰਣ। ਤੇ ਜਿਹੜੇ ਨਾਮ ਜਪ ਕੇ ਬਚੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਤੋਂ ਬਲਹਾਰ ਕੁਰਬਾਨ ਜਾਂਦੇ, ਸਦਕੇ ਜਾਂਦੇ ਆ ਵੀ ਧੰਨ ਹੋ ਪੀਤਾ ਤੁਸੀਂ ਜਨਮ ਲਿਆ, ਧੰਨ ਹੈ ਤੁਹਾਡੀ ਮਾਂ ਜਿਹਨੇ ਜਨਮ ਦਿੱਤਾ, ਧੰਨ ਤੁਸੀਂ ਉਹ ਨਾਮ ਜਪਣ ਵਾਲੇ। ਦਰ ਸਚੈ ਸਚਿਆਰ। ਦਰ ਸੱਚਾ ਹੈ, ਸੱਚਾ ਦਰ ਹੈ ਸਾਧ ਸੰਗਤ, ਇਹਦੇ ਵਿੱਚ ਜਿਨ੍ਹਾਂ ਨੇ ਨਾਮ ਜਪਿਆ ਹੈ ਸਚਿਆਰ, ਉਹ ਵਾਹਿਗੁਰੂ ਦੇ ਦਰਬਾਰ ਸੱਚਖੰਡ ਵਿੱਚ ਵੀ ਸਚਾਈ ਵਾਲੇ ਨੇ। ਜਾਂ ਦਰ ਸੱਚਾ ਹੈ, ਸੱਚੇ ਦਾ ਦਰ ਜੋ ਹੈ ਉਹਦੇ ਵਿੱਚ ਉਹ ਸਚਿਆਰ ਸਚਾਈ ਵਾਲੇ ਹਨ। ਉੱਥੇ ਕਹਿੰਦੇ ਵੀ ਫਿਰ ਪਤਾ ਜਾ ਕੇ ਲੱਗਦਾ, ਇੱਥੇ ਤਾਂ ਘੱਟ ਨਹੀਂ ਕੋਈ ਵੀ ਕਹਾਉਂਦਾ, ਇੱਥੇ ਤਾਂ ਸਾਰੇ ਪੂਰੇ ਹੁੰਦੇ ਹਨ, ਪਰ ਸੱਚੇ ਦੇ ਦਰ ਤੇ ਜਾ ਕੇ ਪਤਾ ਲੱਗਦਾ ਵੀ ਕਿਹੜਾ ਸਚਿਆਰ ਹੈ ਉੱਥੇ, ਕਿਉਂਕਿ ਕਿਸੇ ਤਰ੍ਹਾਂ ਦੀ ਮਾਫੀ ਨਹੀਂ ਮਿਲਦੀ। ਮਾਫੀਆਂ ਜਿੰਨਾ ਚਿਰ ਸੰਸਾਰ 'ਚ ਬੰਦਾ ਇੱਥੇ ਮੰਨ ਲੇ ਤਾਂ ਸੁਧਰ ਜੇ ਤਾਂ ਪਰਮੇਸ਼ਰ ਮਾਫ ਕਰ ਦਿੰਦਾ, ਪਰ ਜਦੋਂ ਸਮਾਂ ਲੰਘ ਗਿਆ ਫਿਰ ਰੱਬ ਵੀ ਮਾਫ ਨਹੀਂ ਕਰਦਾ। ਉਹਨੇ ਸਵਾਸਾਂ ਤੀਕਰ ਮਾਫ ਕਰਨ ਦਾ ਰੱਖਿਆ ਹੈ, ਮਰਨੇ ਤੋਂ ਬਾਅਦ ਫਿਰ ਉਹ ਸਜ਼ਾ ਪੂਰੀ ਮਿਲਦੀ ਹੈ, ਫਿਰ ਬੰਦਾ ਦੁਖੀ ਹੁੰਦਾ। ਇੱਥੇ ਤਾਂ ਆਪਾਂ ਸਾਰਿਆਂ ਦਾ ਹੀ ਮਾਣ ਸਨਮਾਨ ਕਰ ਦਿੰਦੇ ਆ, ਹਰ ਇੱਕ ਨੂੰ, ਕਈਆਂ ਦੀ ਕੋਈ ਗਲਤੀ ਜੀ ਵੀ ਹੋਵੇ ਫਿਰ ਵੀ ਕਹਿੰਦੇ ਕੋਈ ਨਹੀਂ ਜੀ, ਬਥੇਰੇ ਕਰੀ ਜਾਂਦੇ ਆ, ਮੱਥਾ ਵੀ ਟੇਕ ਦਿੰਦੇ ਆ, ਮਾਣ ਸਨਮਾਨ ਕਰ ਦਿੰਦੇ। ਇੱਥੇ ਤਾਂ ਥੋੜਾ ਬਹੁਤ ਕਈ ਗੱਲਾਂ ਨਜ਼ਰ ਅੰਦਾਜ਼ ਕਰ ਦਿੰਦੇ ਆ, ਪਰ ਉੱਥੇ ਤਾਂ ਸਾਧ ਸੰਗਤ ਜੀ ਹਰ ਇੱਕ ਗੁਨਾਹ ਦਾ ਫਿਰ ਫਲ ਜਿਹੜਾ ਹੈ ਉਹ ਭੁਗਤਾਇਆ ਜਾਂਦਾ ਵੀ ਤੂੰ ਐਦਾਂ ਕੀਤਾ ਤੇ ਤੈਨੂੰ ਭੋਗਣਾ ਹੀ ਪਵੇਗਾ। ਇਸ ਕਰਕੇ ਗਰੀਬ ਨਿਵਾਸ ਸਾਹਿਬ ਜੀ ਕਹਿੰਦੇ ਵੀ ਸਚਿਆਰ ਬਣੀਏ। ਸਚਿਆਰ ਤਾਂ ਹੀ ਬਣੀਦਾ ਹੈ ਜੇ ਗੁਰੂ ਸਾਹਿਬ ਜੀ ਦਾ ਬਖਸ਼ਿਆ ਨਾਮ ਜਪਾਂਗੇ, ਫਿਰ ਵਾਹਿਗੁਰੂ ਦੇ ਸੱਚੇ ਦਰ ਤੇ ਸਚਿਆਰ ਬਣ ਜਾਈਦਾ ਹੈ। ਸੀ ਚਾਨੇ ਜਿਉ ਪੰਖੀਆ। ਸੀ ਚਾਨੇ ਜਿਉ ਪੰਖੀ। ਆਗੇ ਮੌਤ ਦਾ ਕਾਲ ਦਾ ਹੋਰ ਪ੍ਰਕਾਰ ਦੱਸਦੇ ਨੇ ਵੀ ਜਿਹੜੇ ਜਿਵੇਂ ਮੱਛੀਆਂ ਪਾਣੀ ਵਾਲੀਆਂ ਨੂੰ ਜਾਲ ਪਾ ਕੇ ਕੁੰਡੀ 'ਚ ਫਸਾ ਲੈਂਦੇ ਆ, ਇਵੇਂ ਸੀ ਚਾਨੇ ਜਿਉ ਪੰਖੀਆਂ। ਕਹਿੰਦੇ ਜਿਹੜੇ ਮਹਾਰਾਜ ਪੰਛੀ ਹਵਾ 'ਚ ਉੱਡਦੇ, ਉਹ ਕਹਿੰਦੇ ਉਹਨਾਂ ਨੂੰ ਛੋਟਾ ਬਾਜ ਛੱਡ ਕੇ ਜਿਵੇਂ ਸ਼ਿਕਾਰੀ ਫੜ ਲੈਂਦਾ ਨਾ, ਜਿਹੜੇ ਉੱਪਰ ਆਕਾਸ਼ 'ਚ ਹੀ ਕਹਿੰਦੇ ਵੀ ਉੱਡਦੇ, ਅਸੀਂ ਕਿਹੜਾ ਥੱਲੇ ਬੈਠਣਾ, ਅਸੀਂ ਕਿਹੜਾ ਚੋਗਾ ਚੁਗਣਾ, ਫੜੇ ਨਹੀਂ ਜਾਵਾਂਗੇ, ਉਹਨਾਂ ਮਗਰ ਫਿਰ ਸ਼ਿਕਾਰੀ ਬਾਜ ਛੱਡਦੇ ਨੇ। ਸੀ ਚਾਨੇ ਇੱਕ ਬਾਜ ਦੀ ਕਿਸਮ ਹੈ, ਤੇ ਹੁੰਦਾ ਇਹ ਛੋਟਾ ਬਾਜ ਹੈ। ਪੰਛੀਆਂ ਨੂੰ ਫੜਨ ਵਾਸਤੇ ਇਹ ਸ਼ਿਕਾਰੀ ਲੋਕ ਛੱਡਦੇ ਹਨ, ਜਿਵੇਂ ਕਹਿੰਦੇ ਪੰਛੀਆਂ ਨੂੰ ਛੋਟੇ ਬਾਜ ਝਟਕ ਮਾਰ ਕੇ ਫੜ ਲੈਂਦੇ ਹਨ। ਜਾਲੀ ਬਦਕ ਹਾਥ। ਤੇ ਜਿਹੜੇ ਜੀਵ ਜਲ ਵਿੱਚ ਰਹਿੰਦੇ ਹਨ ਉਹਨਾਂ ਉੱਤੇ ਜਾਲ ਪਾ ਕੇ, ਤੇ ਜਾਂ ਜਿਹੜੇ ਧਰਤੀ ਤੇ ਵਿਚਰਨ ਵਾਲੇ ਹਨ ਬਦਕ, ਜਿਹੜੇ ਸ਼ਿਕਾਰੀ ਨੇ, ਉਹ ਆਪਣੇ ਹੱਥਾਂ ਵਿੱਚ ਜਾਲ ਲਈ ਫਿਰਦੇ ਨੇ। ਉਹਨਾਂ ਜਾਨਵਰਾਂ ਨੂੰ, ਪੰਛੀਆਂ ਨੂੰ, ਧਰਤੀ ਤੇ ਚੋਗਾ ਚੁਗਣ ਵਾਲਿਆਂ ਨੂੰ, ਜਾਂ ਪਾਣੀ 'ਚ ਰਹਿਣ ਵਾਲਿਆਂ ਨੂੰ, ਜਾਂ ਹਿਰਨ ਆਦਿਕ, ਉਹਨਾਂ ਨੂੰ ਵੀ ਫੜਨ ਵਾਸਤੇ ਉਹਨਾਂ ਆਪਣਾ ਪ੍ਰਬੰਧ ਕੀਤਾ ਹੋਇਆ ਹੈ। ਇਸੇ ਪ੍ਰਕਾਰ ਸੀ ਚਾਨੇ ਜਿਉ ਪੰਖੀਆ। ਸੀ ਚਾਨੇ ਤੋਂ ਭਾਵ ਹੈ ਸਾਧ ਸੰਗਤ ਇੱਥੇ ਵੀ ਜਿਵੇਂ ਕੋਈ ਰਿਧੀਆਂ ਸਿੱਧੀਆਂ ਵਾਲੇ ਨੇ ਨਾ, ਜਿਹੜੇ ਪੰਛੀਆਂ ਦੀ ਨਿਆਈ ਉੱਪਰ ਉਡਾਰੀਆਂ ਮਾਰਦੇ ਹਨ, ਜਿਨ੍ਹਾਂ ਕੋਲ ਕੋਈ ਸ਼ਕਤੀ ਆ ਗਈ ਹੈ, ਕਹਿੰਦੇ ਵੀ ਉਹ ਜੇ ਆਖਣ ਵੀ ਅਸੀਂ ਨਹੀਂ ਮਰਾਂਗੇ, ਜਿਵੇਂ ਹਰਨਾਕ ਸਾਧਕ ਰਾਵਣ ਆਦਿਕ ਨੇ ਕਹਿੰਦੇ ਸੀ ਵੀ ਕਿੱਲੇ ਨਾਲ ਹੀ ਕਾਲ ਬੰਨਿਆ ਹੋਇਆ, ਉਹਨਾਂ ਨੂੰ ਕਿਵੇਂ ਮਾਰਦਾ ਫਿਰ? ਕਹਿੰਦੇ ਵੀ ਉਹਨਾਂ ਦੇ ਉੱਤੇ ਹੰਕਾਰ ਕਰਾਉਣ ਰੂਪੀ ਵੀ ਅਸੀਂ ਬੜੇ ਜਪ ਤਪ ਕੀਤੇ ਹਨ, ਅਸੀਂ ਤਾਂ ਜੀ ਬਹੁਤ ਹੀ ਕਮਾਈ ਕੀਤੀ, ਸਾਡੇ ਕੋਲ ਰਿਧੀਆਂ ਸਿੱਧੀਆਂ ਹਨ, ਉਹ ਹਵਾ ਦੇ ਵਿੱਚ ਆਕਾਸ਼ ਵਿੱਚ ਪੰਛੀਆਂ ਦੇ ਵਾਂਗ ਉੱਡਦੇ ਫਿਰਦੇ ਨੇ। ਉਹਨਾਂ ਅੰਦਰ ਜਿਹੜਾ ਹੰਕਾਰ ਪੈਦਾ ਕਰ ਦਿੰਦਾ ਹੈ ਨਾ ਮਾਲਕ, ਇਹ ਮਾਨੋ ਵੀ ਇਹਨਾਂ ਨੂੰ ਫੜਨ ਵਾਸਤੇ ਉਹਨੇ ਬਾਜ ਛੱਡਿਆ ਹੋਇਆ ਹੈ, ਤੇ ਹੰਕਾਰ ਰੂਪੀ ਬਾਜ ਛੱਡ ਕੇ ਹੰਕਾਰ ਦੇ ਵਿੱਚ ਆ ਕੇ ਉਡਾਰੀਆਂ ਮਾਰਦੇ ਫਿਰਦੇ। ਉਹਨਾਂ ਨੂੰ ਵੀ ਕਹਿੰਦੇ ਵੀ ਕਾਲ ਝਪਟ ਕੇ ਤੇ ਮਾਰ ਕੇ ਧਰਤੀ ਤੇ ਸਿੱਟ ਲੈਂਦਾ ਹੈ, ਭਾਵ ਕਿ ਕੋਈ ਵੀ ਐਸਾ ਨਹੀਂ ਜਿਹਦੇ ਉੱਤੇ ਮੌਤ ਦਾ ਜ਼ੋਰ ਨਹੀਂ ਚੱਲਦਾ। ਉਹਦੇ ਕੋਲ ਢੰਗ ਤਰੀਕੇ ਹਨ, ਜੇ ਕੋਈ ਸ਼ਕਤੀਆਂ ਵਾਲੇ ਨੇ, ਉਡਾਰੀਆਂ ਵਾਲੇ ਨੇ, ਉਹਨਾਂ ਨੂੰ ਬਾਜ ਦੀ ਨਿਆਈ ਆ ਕੇ ਝਪਟਾ ਮਾਰਦਾ ਹੈ। ਜਾਲੀ ਬਦਕ ਹਾਥ। ਤੇ ਜਿਹੜੇ ਜੀਵ ਇੱਥੇ ਸੰਸਾਰ ਦੇ ਸਮੁੰਦਰ ਰੂਪੀ ਪਾਣੀ 'ਚ ਹੀ ਫਿਰਦੇ ਨੇ, ਉਹਨਾਂ ਨੂੰ ਪਦਾਰਥਾਂ ਦਾ ਜਿਹੜਾ ਹੈ ਥੋੜਾ ਜਿਹਾ ਚੋਗਾ ਜਿਹਾ ਖਿਲਾਰ ਕਰਕੇ
ਤੇ ਉਹ ਝਾਟੀ ਆਪਣਾ ਜਾਲ ਖਿਲਾਰ ਕਰਕੇ ਸ਼ਿਕਾਰੀ ਫੜ ਲੈਂਦਾ ਹੈ। ਇਸ ਤਰ੍ਹਾਂ ਇਹ ਤਿੰਨੇ ਤਰ੍ਹਾਂ ਦੇ ਜੀਵ ਕਹਿ ਤੇ ਪਾਣੀ 'ਚ ਰਹਿਣ ਵਾਲੇ, ਆਕਾਸ਼ 'ਚ ਉੱਡਣ ਵਾਲੇ, ਧਰਤੀ ਤੇ ਵਿਚਰਨ ਵਾਲੇ। ਜਿਵੇਂ 10ਵੇਂ ਪਾਤਸ਼ਾਹ ਦਾ ਬਚਨ ਹੈ, ਜਲ ਕਹਾਂ ਥਲ ਕਹਾਂ ਗगन के गौन कहाँ काल के बनाए सवै ਕਾਲ ਹੀ ਚੁਪਾਹੇਂਗੇ। ਕਹਿੰਦੇ ਕੀ ਕਿੱਥੇ, ਜਲ ਵਿੱਚ ਰਹਿਣ ਵਾਲੇ ਜੀਵ ਕਿੱਥੇ, ਅਤੇ ਥਲ ਧਰਤੀ ਦੇ ਉੱਤੇ ਵਿਚਰਨ ਵਾਲੇ ਜੀਵ ਕੀ, ਤੇ ਆਕਾਸ਼ ਵਿੱਚ ਉਡਾਰੀਆਂ ਮਾਰਨ ਵਾਲੇ ਪੰਛੀ ਆਦਿਕ ਜੀਵ ਕੀ। ਸਾਰੇ ਕਹਿੰਦੇ ਭਾਵੇਂ ਕੋਈ ਪਾਣੀ 'ਚ ਡੂੰਘੇ ਤੋਂ ਡੂੰਘੇ ਥਾਂ ਰਹਿੰਦਾ, ਭਾਵੇਂ ਥਲ ਤੇ ਵਿਚਰਨ, ਧਰਤੀ ਦੇ ਵਿਚਰਦੇ ਜੰਗਲਾਂ ਆਦਿਕਾਂ 'ਚ, ਭਾਵੇਂ ਆਕਾਸ਼ 'ਚ ਉੱਡਦੇ ਨੇ। ਕਾਲ ਕੇ ਬਣਾਏ ਸਵੇ, ਸਮੇਂ ਨੇ ਬਣਾਏ ਨੇ। ਕਾਲ ਹੀ ਚਬਾਹੇਂਗੇ, ਸਮੇਂ ਨਾਲ ਹੀ ਕਹਿੰਦੇ ਵੀ ਇਹਨਾਂ ਦਾ ਅੰਤ ਹੋ ਜਾਣਾ, ਚਬਾ ਜਾਣਾ ਉਹਨੇ ਸਾਰਿਆਂ ਜੀਵਾਂ ਨੂੰ। ਇਸ ਤਰ੍ਹਾਂ ਇਹ ਨਾ ਕੋਈ ਸਮਝੇ ਵੀ ਕਿਤੇ ਮੌਤ ਨਹੀਂ ਆਉਣੀ। ਉੱਡਣ ਵਾਲੇ, ਪਾਣੀ 'ਚ ਰਹਿਣ ਵਾਲੇ, ਥਲ ਤੇ ਵਿਚਰਨ ਵਾਲੇ ਸਾਰਿਆਂ ਜੀਵਾਂ ਦੇ ਤਾਈਂ ਮੌਤ ਹੈ। ਐਵੇਂ ਹੀ ਰਿਧੀਆਂ ਸਿੱਧੀਆਂ ਕਰਕੇ ਉਡਾਰੀਆਂ ਮਾਰਨ ਵਾਲੇ, ਉਹ ਵੀ ਬਾਜਦੀ ਨੇ ਆਈ ਝਪਟਾ ਮਾਰ ਕੇ ਫੜੇ ਜਾਂਦੇ ਨੇ। ਤੇ ਗ੍ਰਿਸਤ ਵਿੱਚ ਰਹਿਣ ਵਾਲੇ, ਧਰਤੀ ਤੇ ਰਹਿਣ ਤੋਂ ਭਾਵ ਜਿਹੜੇ ਗ੍ਰਿਸਤ ਵਿੱਚ ਹਨ, ਜਿਹੜੇ ਸੰਸਾਰ ਸਮੁੰਦਰ ਦੇ ਵਿੱਚ ਥੱਲੇ ਥੱਲੇ ਕੋਈ ਸ਼ਕਤੀਆਂ ਨਹੀਂ, ਉਹਨਾਂ ਨੂੰ ਹੀ ਪਦਾਰਥਾਂ ਦਾ ਚੋਗਾ ਖਿਲਾਰ ਕਰਕੇ ਕਾਲ ਆਪਣਾ ਜਾਲ ਪਾ ਕੇ ਫੜ ਲੈਂਦਾ, ਭਾਵ ਮਾਰ ਦਿੰਦਾ ਏ। ਗੁਰ ਰਾਖੀ ਸੇ ਉਬਰੀ। ਮਹਾਰਾਜ ਕੋਈ ਬਚਿਆ ਨਹੀਂ। ਕਹਿੰਦੇ ਬਚੇ ਤਾਂ ਉਹੀ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਰੱਖ ਲਿਆ ਵੀ ਜੇ ਤੂੰ ਜਪ ਤਪ ਕੀਤਾ ਤਾਂ ਹੰਕਾਰ ਛੱਡ ਦੇ, ਨਿਮਰਤਾ 'ਚ ਆ ਜਾ, ਉਹ ਜੰਮਣ ਮਰਨ ਤੋਂ ਬਚ ਕੇ। ਕਹਿੰਦੇ ਵੀ ਗੁਰੂ ਸਾਹਿਬ ਜੀ ਨੇ ਰਹਿਮਤ ਕਰਕੇ ਜਿਨ੍ਹਾਂ ਨੂੰ ਸਮਝਾ ਦਿੱਤਾ ਵੀ ਜੇ ਤੂੰ ਗ੍ਰਸਤੀ ਹੈ, ਕਰ ਕਮਾਈ ਧਰਮ ਦੀ, ਪਰ ਇਹਦੇ ਵਿੱਚੋਂ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ ਦਾ ਭਾਵ ਕਿਹਾ ਹੈ ਵੀ ਹੱਥੋਂ ਦੇ ਕੇ ਸ਼ੁਕਰ ਮਨਾਵੇ, ਸਾਧ ਸੰਗਤ ਦੀ ਸੇਵਾ ਕਰੇ, ਸੇਵਾ ਕਰਦਿਆਂ ਨਾਮ ਜਪੇ। ਇੱਦਾਂ ਮਹਾਰਾਜ ਸਾਹਿਬ ਜੀ ਰਖਵਾਲੇ ਬਣ ਜਾਂਦੇ ਨੇ। ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਰੱਖ ਲਿਆ, ਉਹ ਸਾਧ ਸੰਗਤ ਦੀ ਮੌਤ ਦੇ ਜਾਲ ਤੋਂ, ਜੰਮਣ ਮਰਨ ਵੱਲੋਂ ਉੱਭਰ ਕੇ ਬਚ ਗਏ ਹਨ। ਹੋਰ ਫਾਥੀ ਚੁਗਾ ਸਾਥ। ਹੋਰ ਸਾਰੇ ਜਿਹੜੇ ਹਨ ਉਹ ਤਾਂ ਫਾਥੇ ਫਸ ਗਏ ਨੇ, ਚੋਗੇ ਜੀ ਫਸ ਗਏ ਆ। ਉਹ ਲਈ ਫਿਰਦਾ ਹੈ ਸ਼ਿਕਾਰੀ, ਤੇ ਸ਼ਿਕਾਰੀ ਚੋਗਾ ਜਾਂ ਖਿਲਾਰਦਾ। ਜਿਹੜੇ ਲਾਲਚੀ ਜੇ ਜੀਵ ਹੁੰਦੇ ਉਹ ਚੋਗਾ ਚੁਗਣ ਆਉਂਦੇ ਨੇ, ਉਹ ਜਾਲ ਪਾ ਕੇ ਫੜ ਲੈਂਦਾ। ਐਵੇਂ ਜੀਵ, ਇਹਨਾਂ ਨੂੰ ਕਿਹੜਾ ਵਿਸ਼ੇ ਵਿਕਾਰ ਭੁਗਾ ਤੇ ਇਹ ਕਹਿੰਦੇ ਵੀ ਇਹ 'ਚ ਬੜਾ ਸੁੱਖ ਹੈ, ਮਾਇਆ ਦਾ ਮੋਹ ਲਾਤਾ, ਪੈਸੇ ਇਕੱਠੇ ਕਰਨ 'ਚ ਬੜਾ ਸੁੱਖ ਹੈ, ਆ ਪਰਿਵਾਰ ਕਹਿੰਦੇ ਇਹਦਾ ਬੜਾ ਸੁੱਖ ਹੈ। ਇਹ ਇਹੋ ਜਿਹੇ ਮੋਹ ਰੂਪੀ ਚੋਗੇ ਨੂੰ ਖਿਲਾਰ ਕੇ ਬਾਕੀ ਤਾਂ ਸਾਰੇ ਹੀ ਕਹਿੰਦੇ ਚੋਗੇ ਨਾਲ ਹੀ ਫੜਦੇ ਨੇ। ਬਸ ਗੁਰੂ ਸਾਹਿਬ ਜੀ ਨੇ ਜਿਹੜੇ ਰੱਖੇ ਨੇ ਉਹ ਬਚੇ ਹਨ। ਉਹ ਵਿਕਾਰਾਂ 'ਚ ਨਹੀਂ ਪੈਂਦੇ, ਮਾਇਆ ਦੇ ਮੋਹ 'ਚ ਨਹੀਂ ਪੈਂਦੇ, ਮਾੜੇ ਕਰਮ ਨਹੀਂ ਕਰਦੇ। ਬਾਕੀ ਸਾਰਿਆਂ ਨੂੰ ਤਾਂ ਜੋ ਮੌਤ ਰੂਪੀ ਸ਼ਿਕਾਰੀ ਹੈ, ਉਹਨੇ ਵਿਕਾਰਾਂ ਰੂਪੀ ਚੋਗਾ ਖਿਲਾਰਿਆ ਤੇ ਸਾਰੇ ਹੀ ਫਾਥੇ ਫਸ ਗਏ ਹਨ, ਸਾਰੇ ਹੀ ਪਕੜੇ ਗਏ ਹਨ ਚੋਗੇ ਨਾਲ। ਬਿਨ ਨਾਵੇ ਚੁਣ ਸੁਟਿਆ। ਪਰਮੇਸ਼ਰ ਦੇ ਨਾਮ ਤੋਂ ਬਗੈਰ ਤਾਂ ਏਦਾਂ ਚੁਣ ਚੁਣ ਕੇ ਜੀਵ ਨਰਕਾਂ ਵਿੱਚ ਸੁੱਟੇ ਜਾਂਦੇ ਨੇ। ਜਿਵੇਂ ਜਦੋਂ ਕੁੰਡੀ ਲਾ ਕੇ ਮੱਛੀ ਫੜਦਾ ਹੈ ਨਾ, ਮੱਛੀਆਂ ਫੜਨ ਵਾਲਾ, ਤੇ ਜਿਵੇਂ ਆਈਆਂ ਜਾਲ ਵਿੱਚ ਜਾਂ ਕੁੰਡੀ 'ਚ ਜਿਹੜੀਆਂ ਮੱਛੀਆਂ ਆਈਆਂ, ਫਿਰ ਉਹਨਾਂ ਨੂੰ ਝੋਲਾ ਜਿਹਾ ਹੁੰਦਾ, ਕਹਿੰਦੇ ਵੀ ਚੁਣ ਚੁਣ ਕੇ ਸਾਰੀਆਂ ਵਿੱਚ ਸੁੱਟੀ ਜਾਂਦਾ। ਵੱਡੀਆਂ ਇੱਕ ਪਾਸੇ, ਛੋਟੀਆਂ ਇੱਕ ਪਾਸੇ, ਜਿੱਦਾਂ ਦਾ ਕੋਈ ਉਹਨਾਂ ਦਾ ਆਕਾਰ ਹੈ, ਤੇ ਝੋਲੇ ਵਿੱਚ ਭਰ ਕੇ ਫਿਰ ਲੈ ਜਾਂਦਾ। ਇਸੇ ਪ੍ਰਕਾਰ ਹੀ ਜਿਹੜੇ ਨਾਮ ਨਹੀਂ ਜੀਵ ਜਪਦੇ, ਕਹਿੰਦੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਫਿਰ ਉਹ ਧਰਮ ਰਾਜੇ ਤੇ ਕਾਲ ਮੌਤ ਰੂਪੀ ਜਿਹੜੇ ਸ਼ਿਕਾਰੀ ਵੱਲੋਂ ਚੁਣ ਚੁਣ ਕੇ ਕਹਿੰਦੇ ਫਿਰ ਨਰਕਾਂ ਸੁੱਟੇ ਜਾਂਦੇ ਨੇ। ਚੱਲ ਤੈਨੂੰ ਨਰਕਾਂ 'ਚ, ਤੂੰ ਵੀ ਚੱਲ ਨਰਕਾਂ 'ਚ, ਜਾਂ ਚੁਣ ਚੁਣ ਕੇ ਜੂਨੀਆਂ ਵਿੱਚ ਸੁੱਟੇ ਜਾਂਦੇ ਨੇ ਵੀ ਨਾਮ ਨਹੀਂ ਜਪਿਆ, ਸਾਰੀ ਉਮਰ ਨਿੰਦਾ ਕੀਤੀ, ਮਾੜੇ ਕਰਮ ਕਰਦਾ ਰਿਹਾ, ਚੱਲ ਹੁਣ ਦੁੱਖ ਸਹੋ, ਆਪਣਾ ਕੀਤਾ ਇੱਥੇ ਚੱਲ ਹੁਣ। ਐਵੇਂ ਨਾਮ ਤੋਂ ਬਗੈਰ ਜਿਹੜੇ ਨੇ ਚੁਣ ਚੁਣ ਕੇ ਸਾਧ ਸੰਗਤ ਸੁੱਟੇ ਜਾਂਦੇ ਨੇ ਨਰਕਾਂ ਦੇ ਜੂਨੀਆਂ ਵਿੱਚ। ਕੋਈ ਨਾ ਸੰਗੀ ਸਾਥ। ਤਾਂ ਫਿਰ ਕੋਈ ਵੀ ਸੰਗੀ ਨਹੀਂ ਬਣਦਾ, ਇੱਥੇ ਹੀ ਨਹੀਂ ਬਣਦਾ ਕੋਈ, ਇੱਥੇ ਹੀ ਲੋਕ ਛੱਡ ਜਾਂਦੇ। ਉੱਥੇ ਕਿੰਨੇ ਜਾ ਕੇ ਸਾਥ ਨਿਭਾਉਣਾ ਹੈ, ਉੱਥੇ ਫਿਰ ਕੋਈ ਸੰਗੀ ਸਾਥੀ ਨਹੀਂ। ਫਿਰ ਪੁੱਛਦੇ ਹਾਂ ਹੈ ਕੋਈ ਮਦਦਗਾਰ, ਲਿਆ ਕੋਈ ਸੰਗੀ ਸਾਥੀ। ਉੱਥੇ ਤੇ ਕਹਿੰਦਾ ਸੀ ਵੀ ਮੈਨੂੰ ਕੋਈ ਹੱਥ ਲਾਵੇ, ਮੇਰੇ ਇੰਨੀਆਂ ਨਾਲ ਸਾਂਝ ਹੈ, ਮੇਰੀ ਉਹਦੇ ਨਾਲ ਸਾਂਝ ਹੈ, ਉਹ ਫਲਾਨਾ ਮੇਰਾ ਸੰਗੀ ਆ, ਉਹ ਮੇਰਾ ਸਾਥੀ ਹੈ। ਕਹਿੰਦੇ ਹੁਣ ਲਿਆ ਕੋਈ, ਫਿਰ ਵੇਖ ਲੈਨੇ ਆ। ਫਿਰ ਉੱਥੇ ਬੰਦਾ ਨੀਵੀਂ ਪਾਉਂਦਾ, ਕਿਉਂ? ਉੱਥੇ ਕਿਸੇ ਦੀ ਵਾਹ ਚੱਲਦੀ ਨਹੀਂ ਨਾ, ਪਹੁੰਚ ਨਹੀਂ ਹੈ। ਇਸ ਕਰਕੇ ਨਾਮ ਜਪ ਹੀ ਲੈਣਾ ਚਾਹੀਦਾ। ਜਿਵੇਂ ਕਬੀਰ ਜੀ ਦੇ ਕੋਲ ਇੱਕ ਸ਼ਾਹੂਕਾਰ ਸੇਠ ਦਾ ਮੁੰਡਾ ਹੁੰਦਾ ਸੀ,
ਉਹ 2-4 ਦਿਨ ਆਇਆ, ਰੰਗ ਲੱਗ ਵੀ ਗਿਆ, ਪਰ ਆਉਂਦੇ ਆਉਂਦੇ ਇੱਕਦਮ ਹਟ ਗਿਆ ਸੰਗਤ ਕਰਨ। ਕਬੀਰ ਸਾਹਿਬ ਜੀ ਨੂੰ ਮਿਲਿਆ ਇੱਕ ਦਿਨ, ਕਹਿੰਦੇ ਵੀ ਤੂੰ ਆਉਣਾ ਹੀ ਹਟ ਗਿਆ, ਉੱਥੇ ਰਾਮ ਨਾਮ ਜਪਾਉਂਦੇ ਸਾਂ, ਤੇਰਾ ਭਲਾ ਹੀ ਕਰਦੇ ਸਾਂ। ਉਹ ਕਹਿੰਦਾ ਜੀ ਇਉਂ ਆਇਆ ਵੀ ਮੈਨੂੰ ਆਉਣਾ ਤੇ ਠੀਕ ਲੱਗਦਾ ਸੀ, ਪਰ ਅਸੀਂ ਸੇਠ ਹੈ, ਵੇਖੋ 20-25 ਸਾਡੇ ਨੌਕਰ ਹੈ, ਸਾਡਾ ਹਿਸਾਬ ਕਿਤਾਬ ਥੋੜ੍ਹਾ ਜਿਹਾ, ਸਾਡੀ ਜੋ ਸੰਸਾਰ ਵਿੱਚ ਪਹਿਚਾਣ ਹੈ ਹੋਰ ਜੇ ਤਰ੍ਹਾਂ ਦੀ ਹੈ। ਉੱਥੇ ਹੇਠਾਂ ਹੀ ਦਰੀਆਂ 'ਤੇ ਬੈਠਣਾ ਪੈਂਦਾ ਸੀ, ਉੱਥੇ ਉਹ ਗਰੀਬ ਗਰੂਬ ਜੇ ਵੀ ਸਾਰੇ ਤੁਹਾਡੇ ਕੋਲ ਬੈਠੇ, ਉੱਥੇ ਮੈਂ ਬਹਿ ਗਿਆ। ਫਿਰ ਇਹਦੇ ਨਾਲ ਸਾਨੂੰ ਥੋੜ੍ਹੀ ਜਿਹੀ ਲੱਜਾ ਜੀ ਆਉਂਦੀ ਸੀ ਵੀ ਕਿੱਥੇ ਅਸੀਂ ਇਹ ਨੌਕਰਾਂ ਚਾਕਰਾਂ ਵਾਲੇ, ਕਿੱਥੇ ਗਾੜੀ ਨੌਕਰ ਚਾਕਰਾਂ ਤੋਂ ਵੀ ਭੈੜੇ ਸਾਡੇ, ਉਹਨਾਂ ਲਾਗੇ ਬਹਿਣਾ ਪੈਂਦਾ ਹੈ। ਤਾਂ ਕਬੀਰ ਸਾਹਿਬ ਕਹਿੰਦੇ ਵੀ ਤੈਨੂੰ ਰਾਮ ਨਾਮ ਜਪਾਉਣੇ ਤੇਰਾ ਭਲਾ ਹੋਵੇ, ਇੱਥੇ ਬੈਠਿਆਂ ਤੈਨੂੰ ਲੱਜਾ ਆਉਂਦੀ ਹੈ। ਕਹਿੰਦੇ ਤਬ ਕੁਲ ਕਿਸ ਕਾ ਲਾਜ ਸੀ ਜਬਲੇ ਧਰੇ ਮਸਾਣ, ਜਦੋਂ ਫੜ ਕੇ ਕਹਿੰਦੇ ਵੀ ਮੜੀਆਂ ਦੇ ਵਿੱਚ ਜਦੋਂ ਅੱਗ ਤੇ ਰੱਖਿਆ ਤੈਨੂੰ, ਉੱਥੇ ਤਾਂ ਕੋਈ ਗਰੀਬ ਅਮੀਰ ਨਹੀਂ ਰਹਿ ਜਾਂਦਾ। ਫਿਰ ਉੱਥੇ ਕਮੀ ਆ ਵੀ ਮੈਂ ਅਮੀਰ ਆ ਵੀ ਹੁਣ ਅੱਗ ਨਾ ਸਾੜੋ, ਉਦੋਂ ਤਾਂ ਸਾਰਿਆਂ ਨੂੰ ਕਹਿੰਦੇ ਅੱਗ ਨਾਲ ਸਾੜ ਦਿੰਦੇ ਆ ਜਾਂ ਧਰਤੀ ਜੱਬ ਦਿੰਦੇ। ਜਦੋਂ ਮੜੀਆਂ 'ਚ ਲੈ ਕੇ ਗਏ ਤੈਨੂੰ, ਉਦੋਂ ਕਿਹਦੀ ਕੁੱਲ ਨੂੰ ਲਾਜ ਲੱਗੂਗੀ? ਫਿਰ ਕਿਹਨੂੰ ਕਹੇਗਾ ਵੀ ਮੈਂ ਤਾਂ ਅਰਬਾਪਤੀ ਕਰੋੜਪਤੀ ਸੀ, ਮੈਨੂੰ ਨਾ ਰੱਖੋ। ਉੱਥੇ ਤਾਂ ਗਰੀਬ ਨੂੰ ਵੀ ਰੱਖਦੇ ਆ, ਅਮੀਰ ਨੂੰ ਵੀ ਰੱਖਦੇ, ਕੋਈ ਲਿਹਾਜ਼ ਅੱਗ ਕਰਦੀ ਥੋੜਾ, ਸਾੜਨ ਲੱਗਿਆ ਉਦੋਂ ਨਾ ਸ਼ਰਮ ਆਓ ਤੇਰੇ ਪਰਿਵਾਰ ਨੂੰ, ਉਦੋਂ ਤੈਨੂੰ ਕੁੱਲ ਦੀ ਲਾਜ ਨਾ ਆਊਗੀ ਵੀ ਹੁਣ ਤਾਂ ਮੈਂ ਮਰਨ ਉਸੇ ਤਰ੍ਹਾਂ ਹੀ ਲੱਗਾ, ਮੈਂ ਸੜ ਕੇ ਉੱਦਾਂ ਹੀ ਚੱਲਿਆ ਜਿਵੇਂ ਗਰੀਬ ਜੇ ਜਾਂਦੇ ਆ। ਇਸ ਕਰਕੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੁੰਦੀਆਂ, ਕਹਿੰਦੇ ਨਾਮ ਜਪ ਲਓ, ਇੰਨੇ ਹੀ ਤੁਹਾਡੇ ਸੰਗੀ ਸਾਥੀ ਬਣਨਾ, ਫਿਰ ਹੋਰ ਕੋਈ ਸਾਥ ਨਹੀਂ ਜਾਣਾ। ਨਾ ਤੁਹਾਡਾ ਖਾਨਦਾਨ ਕੀ ਹੈ, ਤੁਹਾਡੀ ਕੁਲ ਕੀ ਹੈ, ਤੁਹਾਡੇ ਕੋਲ ਪੈਸੇ ਕਿੰਨੇ ਨੇ, ਨੌਕਰ ਚਾਕਰ ਕਿੰਨੇ ਨੇ, ਇਹਨਾਂ ਚੀਜ਼ਾਂ ਦਾ ਮਤਲਬ ਨਹੀਂ ਹੁੰਦਾ ਜਮਦੂਤਾਂ ਨੂੰ। ਉਹ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਕਰਕੇ ਮਾਰਦੇ ਕੁੱਟਦੇ, ਉਹਦਾ ਕਰਮ ਵੇਖਦੇ ਆ। ਭਾਵੇਂ ਕੋਈ ਜਨਕ ਵਰਗਾ ਰਾਜਾ ਵੀ ਹੈ, ਭਾਵੇਂ ਰਾਜ ਸਿੰਘਾਸਣ ਦੇ ਤਖਤ ਤੇ ਬੈਠਾ ਏ, ਪਰ ਜੇ ਉਹਦੇ ਕਰਮ ਚੰਗੇ ਨੇ ਤਾਂ ਰਾਜੇ ਜਨਕ ਨੂੰ ਵੀ ਗੁਰਮੁਖ ਕਹਿ ਦਿੱਤਾ ਸਤਿਗੁਰਾਂ ਨੇ। ਤੇ ਜੇ ਕੋਈ ਭਾਵੇਂ ਸੜਕ ਦੇ ਉੱਤੇ ਬੈਠਾ ਏ, ਪਰ ਜੇ ਉਹਦੇ ਕਰਮ ਮਾੜੇ ਹਨ ਤਾਂ ਉਹਨੂੰ ਮਾਰ ਪਵੇਗੀ। ਜੇ ਸੜਕ ਦੇ ਬੈਠੇ ਦੇ ਕਰਮ ਚੰਗੇ ਹਨ ਤਾਂ ਉੱਥੇ ਧਰਮ ਰਾਜਾ ਕਹੂਗਾ ਆਓ ਬੈਠ, ਆਦਰ ਸ਼ੁਭ ਦੇਉ, ਸਨਮਾਨ ਦੇਣਗੇ। ਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇਉ। ਰੇ ਦਾ ਨਰਾਦਰੀ ਦਾ ਵਚਨ ਨਹੀਂ ਕਰਨਗੇ। ਇੱਥੇ ਤਾਂ ਜਿਹੜਾ ਗਰੀਬ ਜਿਹਾ ਦੇਖੇ ਉਹਨੂੰ ਓਏ ਓਏ ਲੋਕ ਕਰੀ ਜਾਣਗੇ, ਰੇ ਉਹਦਾ ਅੱਧਾ ਜਿਹਾ ਨਾਮ ਲੈਣਗੇ। ਕਹਿੰਦੇ ਨਾ, ਭਾਵੇਂ ਸੜਕ ਤੇ ਬੈਠਾ ਹੈ, ਕੁੱਲੀ ਹੈ, ਥੋੜਾ ਖਾਣਾ ਹੈ, ਪਰ ਜੇ ਪਰਮੇਸ਼ਰ ਦਾ ਨਾਮ ਜਪੇਗਾ ਤੈਨੂੰ ਮਾਣ ਮਿਲੇਗਾ। ਤੇ ਜੇ ਨਾਮ ਨਹੀਂ ਜਪੇਗਾ, ਜਿੱਡਾ ਮਰਜੀ ਅਮੀਰ ਬਣ ਕੇ ਵੇਖ ਲਾ, ਉੱਥੇ ਕੋਈ ਸੰਗੀ, ਕੋਈ ਸਾਥੀ, ਕੋਈ ਮਦਦਕਾਰ ਨਹੀਂ ਫਿਰ ਬਣਦਾ। ਚੁਣ ਚੁਣ ਕੇ ਅਗਲੇ ਕੱਢਦੇ ਹਨ। ਸਚੂ ਸਚਾ ਆਖੀਐ। ਵਾਹਿਗੁਰੂ ਦਾ ਨਾਮ ਵੀ ਸੱਚਾ ਹੈ, ਪਰਮੇਸ਼ਰ ਆ ਵੀ ਸੱਚਾ ਹੀ ਆਖਿਆ ਜਾਂਦਾ ਹੈ। ਇਸ ਕਰਕੇ ਜੋ ਸੱਚੋ ਸੱਚ ਪਰਮੇਸ਼ਰ ਹੈ, ਉਹਦੇ ਨਾਮ ਨੂੰ ਹੀ ਅਸੀਂ ਸਿਮਰੀਏ, ਆਖੀਏ। ਸੱਚੇ ਸਚਾ ਥਾਨ। ਸੱਚੇ ਵਾਹਿਗੁਰੂ ਦਾ ਜੋ ਰਹਿਣ ਵਾਲਾ ਸੱਚਖੰਡ ਰੂਪੀ ਥਾਂ ਵੀ ਸੱਚਾ ਹੈ। ਜੇ ਨਾਮ ਜਪਾਂਗੇ, ਸੱਚੇ ਨਾਮ ਕਰਕੇ ਸੱਚਾ ਸਰੂਪ ਰੂਪੀ ਥਾਂ ਪ੍ਰਾਪਤ ਹੋ, ਅੰਦਰ ਬਿਰਤੀ ਚਲੇ ਜਾਏਗੀ, ਧਿਆਨ ਆਪਣੇ ਸਰੂਪ 'ਚ ਲੱਗ ਜਾਏਗਾ, ਬਿਰਤੀ ਠਹਿਰ ਜਾਵੇਗੀ, ਸੱਚ ਸਰੂਪ ਵਿੱਚ ਲੀਨ ਹੋ ਜਾਵੇਗਾ। ਜਿਨੇ ਸਚਾ ਮੰਨਿਆ। ਜਿਨ੍ਹਾਂ ਨੇ ਪਾਤਸ਼ਾਹ ਕਹਿੰਦੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਮੰਨ ਲਿਆ ਏ ਵੀ ਵਾਹਿਗੁਰੂ ਹੀ ਸੱਚਾ ਹੈ, ਭਾਈ ਉਹਦਾ ਨਾਮ ਜਪਣਾ ਚਾਹੀਦਾ। ਜਿਨ੍ਹਾਂ ਨੇ ਇਹ ਗੱਲ ਮੰਨ ਲਈ ਹੈ, ਤੈਨ ਮਨ ਸਚ ਧਿਆਨ। ਤੈਨ ਮਨ ਸੱਚ ਧਿਆਨ, ਉਹਨਾਂ ਦੇ ਮਨ ਵਿੱਚ ਸੱਚੇ ਵਾਹਿਗੁਰੂ ਦਾ ਧਿਆਨ ਲੱਗ ਜਾਂਦਾ, ਉਹਨਾਂ ਦੀ ਬਿਰਤੀ ਫਿਰ ਵਾਹਿਗੁਰੂ ਦੇ ਵਿੱਚ ਜੁੜੀ ਰਹਿੰਦੀ ਹੈ। ਜਿਨ੍ਹਾਂ ਨੇ ਸੱਚੇ ਦੇ ਉਪਦੇਸ਼ ਨੂੰ ਗੁਰੂ ਸਾਹਿਬ ਦੁਆਰਾ ਮੰਨ ਲਿਆ ਹੈ। ਮਨ ਮੁਖ ਸੂਚੀ ਜਾਣੀਐ। ਹਾਂ, ਮਨ ਮੁਖ ਸੂਚੇ ਜਾਣੀ ਹੈ। ਜਿਹੜੇ ਪਾਠ ਕਰਦੇ ਉਹਨਾਂ ਸਿੱਖਾਂ ਦੀ ਜਾਣਕਾਰੀ ਲਈ, ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਨਾ, ਮਨ ਵੱਖਰਾ ਤੇ ਮੁਖ ਵੱਖਰਾ। ਗੁਰਬਾਣੀ ਦਾ ਪਾਠ ਕਰਦੇ ਆ, ਜਿੱਥੇ ਮਨਮੁਖ ਪਾਠ ਦੇ ਨੰਨੇ ਨੂੰ ਸਿਹਾਰੀ ਆਵੇ, ਉਦੋਂ ਫਿਰ ਵੱਖੋ ਵੱਖਰਾ ਕਰਨਾ। ਜਦੋਂ ਨੰਨਾ ਸਿਹਾਰੀ ਤੋਂ ਰਹਿਦਾ ਫਿਰ ਮਨਮੁਖ ਹੈ। ਇੱਥੇ ਨੰਨੇ ਨੂੰ ਸਿਹਾਰੀ ਮੰਮਾ, ਨੰਨੇ ਨੂੰ ਸਿਹਾਰੀ ਮਨ, ਮੰਮੇ ਔਂਕੜ ਖੱਖੇ ਸਿਹਾਰੀ ਮੁਖ। ਇਹਦਾ ਭਾਵ ਹੈ ਵੀ ਜਿਨ੍ਹਾਂ ਦਾ ਧਿਆਨ ਪਰਮੇਸ਼ਰ 'ਚ ਲੱਗਾ, ਉਹ ਮਨ ਕਰਕੇ ਵੀ ਅਤੇ ਮੁਖ ਮੂੰਹ ਕਰਕੇ ਵੀ ਸੂਚੇ ਜਾਣੀਏ। ਸੁੱਚੇ ਕੀ ਹੈ? ਪਵਿੱਤਰ ਜਾਣੇ ਜਾਂਦੇ। ਵੇਖੋ, ਅੰਦਰੋਂ ਧਿਆਨ ਲੱਗਣ ਕਰਕੇ ਉਹਨਾਂ ਦਾ ਮਨ ਵੀ ਸੱਚਾਈ 'ਚ ਆ ਗਿਆ, ਪਵਿੱਤਰ ਹੋ ਗਿਆ, ਅੰਦਰ ਗੰਦਗੀ ਨਹੀਂ ਰਹਿ ਗਈ। ਹੁਣ
ਮੁਖ 'ਚ ਵੀ ਗੰਦਗੀ ਨਹੀਂ ਆ, ਗੰਦ ਨਹੀਂ ਬੋਲਦੇ, ਮਾੜਾ ਨਹੀਂ ਬੋਲਦੇ, ਨਿੰਦਾ ਨਹੀਂ ਕਰਦੇ, ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਸਿਫਤ ਦੇ ਭਜਨ ਕਰਦੇ ਹਨ, ਗੁਣ ਗਾਉਂਦੇ ਹਨ। ਇਸ ਕਰਕੇ ਉਹਨਾਂ ਦਾ ਮੁਖ ਵੀ ਪਵਿੱਤਰ ਹੈ, ਉਹਨਾਂ ਦਾ ਮਨ ਵੀ ਪਵਿੱਤਰ ਹੈ। ਜਾਣਿਆ ਜਾਂਦਾ ਵੀ ਇਹ ਬਿਲਕੁਲ ਵਾਹਿਗੁਰੂ ਦੇ ਬਖਸ਼ੇ ਹੋਏ ਨਾਮ ਕਰਕੇ ਗੁਰਮੁਖ ਬਣ ਗਏ ਹਨ। ਗੁਰਮੁਖ ਜਨਾ ਗਿਆਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਗਿਆਨ ਹੋ ਗਿਆ, ਸਮਝ ਆ ਗਈ ਮਹਾਰਾਜ ਦੀ ਬਾਣੀ ਦੀ, ਵਾਹਿਗੁਰੂ ਦਾ ਗਿਆਨ ਹੋ ਗਿਆ, ਉਹ ਪਵਿੱਤਰ ਹਨ, ਮਨ ਕਰਕੇ ਵੀ ਮੁਖ ਕਰਕੇ ਵੀ। ਸਤਿਗੁਰ ਅੱਗੇ ਅਰਦਾਸ ਕਰ, ਸਤਿਗੁਰੂ ਸਾਹਿਬ ਅੱਗੇ ਬੇਨਤੀ ਕਰੀਏ। ਜੇ ਆਖੇ ਨਾ ਮਹਾਰਾਜ ਅਸੀਂ ਕਿਵੇਂ ਪਵਿੱਤਰ ਹੋਵਾਂਗੇ, ਅਸੀਂ ਕਿਵੇਂ ਜੰਮਣ ਮਰਨ ਤੋਂ ਬਚਾਂਗੇ, ਕਾਲ ਤੋਂ, ਕਹਿੰਦੇ ਆਪਣੇ ਸਤਿਗੁਰੂ ਸਾਹਿਬ ਅੱਗੇ ਅਰਦਾਸ ਕਰ। ਸਤਿਗੁਰੂ ਪਰਮੇਸ਼ਰ ਦਾ ਹੀ ਰੂਪ ਹੈ, ਸਤਿਗੁਰ ਅੱਗੇ ਅਰਦਾਸ ਕਰ, ਅਰਦਾਸ ਬੇਨਤੀ ਕਰਿਆ ਕਰੋ ਗੁਰੂ ਸਾਹਿਬ ਜੀ ਨੂੰ ਵੀ ਮਹਾਰਾਜ ਕਿਰਪਾ ਕਰਕੇ ਸਾਨੂੰ ਬਖਸ਼ ਲਓ, ਬਖਸ਼ਾ ਲਵੋ। ਸਜਣ ਦੀ ਮਿਲਾਈ, ਜਦੋਂ ਬੇਨਤੀ ਕਰੇਗਾ ਤੇਰੀ ਭਾਵਨਾ ਵੇਖਣਗੇ ਫਿਰ ਜੋ ਸੱਜਣ ਹੈ ਨਾ, ਅਸਲੀ ਮਿੱਤਰ ਸੱਜਣ ਸੱਚਾ ਪਾਤਸ਼ਾਹ, ਕਹਿੰਦੇ ਵੀ ਉਸ ਸੱਜਣ ਦੇ ਨਾਲ ਤੇਰਾ ਮਿਲਾਪ ਕਰਾ ਦੇਣਗੇ, ਬਾਂਹ ਫੜਾ ਦੇਣਗੇ। ਲੈ ਭਈ ਹੁਣ ਤੇਰੀ ਸਾਂਝ ਵਾਹਿਗੁਰੂ ਨਾਲ ਪੈ ਗਈ, ਹੁਣ ਤੂੰ ਲੋਕ ਪਰਲੋਕ ਦੇ ਆਨੰਦ ਮਾਣ। ਸਾਜਨ ਮਿਲਿਆ ਸੁਖ ਪਾਇਆ, ਕਿਉਂਕਿ ਸੱਜਣ ਵਾਹਿਗੁਰੂ ਨੂੰ ਮਿਲਣ ਕਰਕੇ, ਜਿਹੜਾ ਵਾਹਿਗੁਰੂ ਨਾਲ ਮਿਲ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ, ਉਹਨਾਂ ਨੇ ਅਬਿਨਾਸੀ ਸੁਖ ਪਾਇਆ, ਆਤਮਿਕ ਸੁਖ ਪਾਇਆ, ਸੱਚਖੰਡ ਦੇ ਵਾਸੀ ਹੋਣ ਦਾ ਆਨੰਦ ਪਾਇਆ। ਦੁਨੀਆ 'ਚ ਰਹਿੰਦੇ ਨੇ ਪਰ ਫੇਰ ਵੀ ਬਿਰਤੀ ਸੱਚਖੰਡ ਵਿੱਚ ਵਸੀ ਰਹਿੰਦੀ ਹੈ। ਜਮਦੂਤ ਮੋਈ ਵੇਖ ਖਾਏ, ਤੇ ਜਿਹੜੇ ਜਮਦੂਤ ਮਗਰ ਪਏ ਸੀ ਜੰਮਣ ਮਰਨ ਦੇ ਗੇੜੇ 'ਚ ਪਾਉਣ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰੇ ਵੀ ਜਮਦੂਤ ਹਨ, ਇਹ ਵੀ ਮਰ ਗਏ। ਕਹਿੰਦੇ ਪ੍ਰਤੱਖ ਜਿਹੜੇ ਜਮਦੂਤ ਸਨ, ਏਕਾਈਲ ਨੇਕਾਈਲ ਆਦਿਕ, ਉਹ ਵੀ ਕਹਿੰਦੇ ਮੋਏ ਮਰ ਗਏ। ਮਰੇ ਕਿਵੇਂ? ਬਿਖ ਖਾਏ, ਜ਼ਹਿਰ ਖਾ ਕੇ ਹੀ ਮਰ ਗਏ ਉਹ। ਪਰਮੇਸ਼ਰ ਦਾ ਨਾਮ ਉਂਝ ਤਾਂ ਹੈ ਅੰਮ੍ਰਿਤ, ਪਰ ਜਮਦੂਤਾਂ ਵਾਸਤੇ ਜ਼ਹਿਰ ਹੈ। ਜਿਵੇਂ ਮਿਸ਼ਰੀ ਹੈਗੀ ਤਾਂ ਮਿੱਠੀ ਹੈ, ਜਿਹੜੇ ਪਾਸਿਓਂ ਵੀ ਖਾਈਏ ਮਿੱਠੀ ਹੁੰਦੀ ਹੈ, ਪਰ ਜੇ ਗਧੇ ਨੂੰ ਖਵਾ ਦਿੱਤੀ ਜਾਵੇ ਉਹਨੂੰ ਬੰਨ ਪੈ ਜਾਂਦਾ, ਤੇ ਬੰਨ ਪੈ ਕੇ ਮਿਸ਼ਰੀ ਖਾ ਕੇ ਗਧਾ ਮਰ ਜਾਂਦਾ, ਹੈ ਮਿੱਠੀ ਹੈ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ ਅੰਮ੍ਰਿਤ, ਜੀਵਾਂ ਦੀ ਕਲਿਆਣ ਕਰਦਾ ਜਿਹੜਾ ਵੀ ਨਾਮ ਜਪੇ। ਪਰ ਜਿਹੜੇ ਜਮਦੂਤ ਹਨ ਉਹਨਾਂ ਨੂੰ ਜ਼ਹਿਰ ਦੀ ਨਿਆਈ ਲੱਗਦਾ, ਉਹ ਮਾਰੀ ਜਾਂਦੇ ਨੇ ਜਦੋਂ ਕਿਸੇ ਸਿੱਖ ਦੇ ਮੂੰਹੋਂ ਨਾਮ ਸੁਣਦੇ। ਜਿਵੇਂ ਆਨੰਦਪੁਰ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਸਾਇਆ, ਇੱਕ ਦਿਨ ਪਲੰਘੇ ਤੇ ਬਿਰਾਜਮਾਨ ਸਨ ਨਵੇਂ ਪਾਤਸ਼ਾਹ, ਮਾਖੋ ਦੈਂਤ ਬੜਾ ਭਿਆਨਕ ਜਿਹਾ ਰੂਪ ਬਣਾ ਕੇ ਆ ਗਿਆ। ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਡਰਾਉਣ ਆਇਆ, ਮਹਾਰਾਜ ਦੇ ਕੋਲ ਤੀਰ ਕਮਾਨ ਪਿਆ ਸੀ, ਸਤਿਗੁਰਾਂ ਨੇ ਇਹਦੇ ਵੱਲ ਸਿੱਧਾ ਕਰਤਾ। ਫਿਰ ਡਰ ਡਰ ਕੇ ਕੰਬਣ ਲੱਗ ਪਿਆ ਕਿ ਕਿਤੇ ਮਾਰਦੇ ਹੀ ਨਾ ਹੋਣ, ਵੀ ਇਹਦਾ ਸ਼ਕਤੀ ਵਾਲੇ ਜਾਪਦੇ ਨੇ, ਮੇਰੇ ਤੋਂ ਡਰੇ ਨਹੀਂ। ਮਹਾਰਾਜ ਨੇ ਪੁੱਛਿਆ ਵੀ ਤੂੰ ਕੌਣ ਹੈ, ਕਿਉਂ ਆਇਆ ਸਾਡੇ ਕੋਲ? ਕਹਿੰਦਾ ਮਹਾਰਾਜ ਇੱਥੇ ਅਸੀਂ 700 ਸਾਲ ਤੋਂ ਰਹਿੰਦੇ ਹਾਂ ਤੇ ਤੁਸੀਂ ਇਹ ਨਗਰ ਵਸਾਤਾ, ਹੁਣ ਸਾਡਾ ਰਹਿਣਾ ਔਖਾ ਹੋ ਗਿਆ, ਤੁਸੀਂ ਮੱਲ ਮਾਰ ਲਈ। ਮਹਾਰਾਜ ਕਹਿੰਦੇ ਤੂੰ ਵੀ ਰਹੀ ਜਾ, ਤੈਨੂੰ ਕਿਹਨੇ ਰੋਕਿਆ? ਕਹਿੰਦੇ ਨਹੀਂ ਰਹਿ ਸਕਦੇ। ਕਿਉਂ? ਕਹਿੰਦੇ ਤੁਸੀਂ ਕੀਰਤਨ ਕਰਦੇ ਹੋ ਇੱਥੇ ਅੰਮ੍ਰਿਤ ਵੇਲੇ, ਉੱਚੀ ਉੱਚੀ ਤੁਹਾਡੇ ਸਿੱਖ ਕੀਰਤਨ ਕਰਦੇ ਆ, ਤੁਹਾਡੇ ਮਹਾਰਾਜ ਸਿੱਖ ਇੱਧਰ ਉੱਧਰ ਜਾਂਦੇ ਉੱਚੀ ਉੱਚੀ ਗੁਰਬਾਣੀ ਪੜ੍ਹਦੇ ਆ। ਜਿਉਂ-ਜਿਉਂ ਗੁਰਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਸਾਡੇ ਕੰਨੀ ਪੈਂਦੀ ਹੈ ਤੇ ਅਸੀਂ ਮਹਾਰਾਜ ਦੁਖੀ ਹੁੰਦੇ ਆ। ਸਾਡੇ ਕੋਲ ਗੁਰਬਾਣੀ ਇਹ ਕੀਰਤਨ ਸੁਣਿਆ ਨਹੀਂ ਜਾਂਦਾ, ਸਾਨੂੰ ਦੁਖੀ ਕਰਦਾ ਹੈ। ਇਹ ਇਸੇ ਤਰ੍ਹਾਂ ਹੀ ਹੈ ਸਾਧ ਸੰਗਤ, ਗੁਰਬਾਣੀ ਸਿੱਖਾਂ ਨੂੰ ਨਿਹਾਲ ਕਰਦੀ ਹੈ, ਤੇ ਜਿਹੜੇ ਦੈਂਤ ਬਿਰਤੀ ਵਾਲੇ ਲੋਕ ਨੇ ਉਹਨਾਂ ਦੇ ਕੰਨੀ ਬਾਣੀ ਪਵੇ, ਉਹ ਕਹਿੰਦੇ ਇਹ ਕੀ ਰੌਲਾ ਪਾਇਆ, ਉਹਨਾਂ ਨੂੰ ਰੌਲਾ ਲੱਗਦਾ। ਉਹ ਕਹਿੰਦੇ ਆ ਕਿ ਸਵੇਰੇ ਸਵੇਰ ਲਾਤਾ ਸਪੀਕਰ, ਇਹ ਕੰਨਾਂ 'ਚ ਆਵਾਜ਼ ਸੌਣ ਵੀ ਨਹੀਂ ਦਿੰਦੇ, ਕਈ ਬਹਾਨੇ ਇੱਧਰ ਉੱਧਰ ਦੇ ਬਣਾ ਲੈਂਦੇ, ਉਹ ਸਮਝ ਲਓ ਵੀ ਦੈਂਤ ਨੇ। ਤੇ ਜਿਵੇਂ ਬਾਣੀ ਪੜ੍ਹਨ ਵਾਲੇ ਸਿੱਖ ਨੂੰ ਤਾਂ ਆਨੰਦ ਮਿਲਦਾ, ਦੈਂਤਾਂ ਨੂੰ ਮੌਤ ਪੈ ਜਾਂਦੀ ਹੈ। ਫਿਰ ਨਵੇਂ ਪਾਤਸ਼ਾਹ ਨੇ ਕਿਹਾ ਤੁਸੀਂ ਸਰਹੰਦ ਜਾਓ, ਤੁਹਾਡੇ ਵਰਗੇ ਹੀ ਰਹਿੰਦੇ ਨੇ ਉੱਥੇ ਸਾਰੇ, ਉਹਨਾਂ ਚਲੇ ਜਾਓ। ਇਸ ਤਰ੍ਹਾਂ ਫਿਰ ਉਹਨਾਂ ਕੀਤਾ, ਜਿਹੜਾ ਦੇ ਸਿੱਖ ਬਾਣੀ ਪੜ੍ਹੇ ਉਹਦੇ ਤਾਂ ਘਰੇ ਨਹੀਂ ਸੀ ਵੜਦੇ, ਜਿਹੜੇ ਨਹੀਂ ਸੀ ਪੜ੍ਹਦੇ ਉਹਨਾਂ ਦੀ ਫਸਲ ਉਜਾੜ ਕੇ ਸਭ ਕੁਝ ਖਾ ਪੀ ਜਾਂਦੇ ਸਨ। ਇਹ ਮਾਖੋ ਦੈਂਤ ਹੋਏ ਦਾ ਟੱਬਰ ਕਬੀਲਾ ਬੜੇ ਦੈਂਤ ਸਨ। ਸੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ, ਜਿਹੜਾ ਨਾਮ ਹੈ ਅੰਮ੍ਰਿਤ ਹੈ, ਨਾਮ ਅੰਮ੍ਰਿਤ ਸਿੱਖ ਪੜ੍ਹੇ ਸੁਣੇ ਇਹਦੀ ਕਲਿਆਣ ਹੁੰਦੀ ਹੈ। ਜਮਦੂਤ ਜਦੋਂ ਸੁਣਦੇ ਹਨ ਉਹ ਮਰ ਜਾਂਦੇ ਹਨ, ਐਵੇਂ ਮਰਦੇ ਜਿਵੇਂ ਕੋਈ ਜ਼ਹਿਰ ਖਾ ਕੇ ਮਰਦਾ।
ਜਾਂ ਪੜਿਓ ਹੋ ਤੋ ਗੱਦੀ। ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ। ਕਹਿੰਦੇ ਜਮਦੂਤ ਮੋਏ ਜਮ ਐਵੇਂ ਮਰ ਜਾਂਦੇ, ਐਵੇਂ ਉਹਨਾਂ ਦਾ ਖਹਿੜਾ ਛੱਡ ਦਿੰਦੇ ਨੇ ਜਿਵੇਂ ਕੋਈ ਜ਼ਹਿਰ ਖਾ ਕੇ ਮਰਿਆ ਫੇਰ ਨਹੀਂ ਬੋਲਦਾ। ਨਾਵੇ ਅੰਦਰ ਹਉ ਵਸਾ। ਇਹ ਅਕਾਲ ਪੁਰਖ ਵੱਲੋਂ ਜਿਹੜਾ ਬਚਨ ਹੋਇਆ ਉਹ ਗੁਰੂ ਨਾਨਕ ਸਾਹਿਬ ਦੱਸਦੇ। ਕਹਿੰਦੇ ਭਾਈ ਸਾਨੂੰ ਪਰਮੇਸ਼ਰ ਵੱਲੋਂ ਇਹ ਹੁਕਮ ਹੋਇਆ ਹੈ ਵੀ ਨਾਮ ਕਿਉਂ ਜਪਣਾ ਹੈ, ਨਾਮ ਕਿਉਂ ਉੱਤਮ ਹੈ। ਵਾਹਿਗੁਰੂ ਆਂਦਾ ਏ ਨਾਵੇਂ ਅੰਦਰ ਹਉ ਵਸਾਂ, ਵੀ ਨਾਮ ਦੇ ਵਿੱਚ ਕਹਿੰਦੇ ਮੈਂ ਵਸਦਾ ਹਾਂ। ਪਰਮੇਸ਼ਰ ਦਾ ਇਹ ਬਚਨ ਹੈ ਵੀ ਜੋ ਨਾਮ ਬਖਸ਼ਿਆ ਸੀ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਰਾਹੀਂ, ਇਸ ਨਾਮ ਦੇ ਵਿੱਚ ਸਾਡਾ ਆਪਣਾ ਨਿਵਾਸ ਹੈ। ਨਾਉ ਵਸੈ ਮਨ ਆਈ। ਨਾਉ ਵਸੈ ਮਨ ਆਏ। ਤੇ ਜਿਹੜਾ ਨਾਮ ਮਨ ਵਿੱਚ ਜਿਹਦੇ ਵਸ ਜਾਂਦਾ ਉਹ ਮੇਰੇ ਸਰੂਪ ਵਿੱਚ ਆ ਕੇ ਵਸ ਜਾਂਦਾ ਹੈ। ਫਿਰ ਨਾਮ ਵਿੱਚ ਮੈਂ ਵਸਦਾ ਹਾਂ, ਜਿਹਦੇ ਮਨ ਵਿੱਚ ਨਾਮ ਵਸੇ ਉਹ ਮੇਰੇ ਵਿੱਚ ਹੀ ਆ ਕੇ ਵਸ ਜਾਂਦਾ ਹੈ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਏ, ਨਦੀਆਂ ਨਾਲਿਆਂ ਦਾ ਪਾਣੀ ਸਮੁੰਦਰ 'ਚ ਮਿਲ ਕੇ ਸਮੁੰਦਰ ਰੂਪ ਹੋ ਜਾਂਦਾ ਹੈ। ਇਸੇ ਪ੍ਰਕਾਰ ਹੀ ਵਾਹਿਗੁਰੂ ਵੱਲੋਂ ਹੁਕਮ ਹੈ ਵੀ ਨਾਮ ਵਿੱਚ ਸਾਡਾ ਵਾਸਾ ਏ, ਜਿਹਦੇ ਮਨ ਵਿੱਚ ਇਹ ਨਾਮ ਸਾਡਾ ਵਸੇ ਉਹ ਸਾਡੇ ਵਿੱਚ ਆ ਕੇ ਵਸ ਜਾਂਦਾ। ਜਾਂ ਜਿਹਦੇ ਅੰਦਰ ਨਾਮ ਹੈ, ਜਿਹੜਾ ਸਿੱਖ ਨਾਮ ਜਪਦਾ, ਉਹਦੇ ਮਨ ਵਿੱਚ ਅਸੀਂ ਪ੍ਰਗਟ ਪ੍ਰਤੱਖ ਹੋ ਕੇ ਵਸ ਜਾਂਦੇ ਆ। ਸਾਖਿਆਤ ਹੋ ਕਰਕੇ ਉਹਨੂੰ ਕਹਿੰਦੇ ਵੀ ਆਪਣਾ ਦਰਸ਼ਨ ਦਿੰਨੇ ਆ। ਰਾਜ ਗੁਰੂ ਗੋਬਾਰ ਜਾਂ ਏਦਾਂ ਦੀ ਫਿਰ ਸੋਝੀ ਆ ਜਾਂਦੀ ਸਾਧ ਸੰਗਤ, ਜਦੋਂ ਗੁਰੂ ਕਿਰਪਾ ਕਰੇ ਨਾ, ਫਿਰ ਸਿੱਖ ਨੂੰ ਇਉਂ ਲੱਗਦਾ ਨਾਮ ਵਸੈ ਮਨ ਆਏ। ਜਿਹਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਆ ਕੇ ਵਸ ਗਿਆ ਉਹਨੂੰ ਇਹ ਅਨੁਭਵ ਹੋ ਜਾਂਦਾ ਵੀ ਨਾਵੇਂ ਅੰਦਰ ਹਉ ਵਸਾਂ, ਵੀ ਮੈਂ ਨਾਮ 'ਚ ਹੀ ਵਸ ਰਿਹਾ ਹਾਂ। ਨਾਮ ਕਿਤੇ ਵੱਖਰਾ ਬਹਿ ਕੇ ਜਪ ਨਹੀਂ ਰਿਹਾ, ਹੁਣ ਮੈਂ ਤਾਂ ਨਾਮ ਵਿੱਚ ਲੀਨ ਹੀ ਹੋ ਗਿਆ। ਬਸ ਹੁਣ ਸਮੁੰਦਰ ਦਾ ਹੀ ਰੂਪ ਹੋ ਗਿਆ। ਐਵੇਂ ਨਾਮ ਜਿਹਦੇ ਮਨ 'ਚ ਵਸ ਗਿਆ ਉਹਨੂੰ ਪ੍ਰਤੀਤ ਹੁੰਦਾ ਵੀ ਨਾਮ ਵਿੱਚ ਹੀ ਮੈਂ ਵਸ ਗਿਆ। ਕਿਉਂਕਿ ਬਾਣੀ ਬਣੀਏ, ਬਾਣੀ ਬਣ ਗਏ ਨਾ, ਉਹ ਨਾਮ ਦਾ ਹੀ ਰੂਪ ਹੋ ਗਏ, ਵੱਖਰਾਪਣ ਰਹਿ ਹੀ ਨਹੀਂ ਜਾਂਦਾ। ਰਾਜ ਗੁਰੂ ਗੋਬਾਰ ਹੈ। ਇਸ ਕਰਕੇ ਭਾਈ ਗੁਰੂ ਦੀ ਸ਼ਰਨ ਪਾਓ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਗੁਰਾਂ ਦੀ ਸ਼ਰਨ ਆਏ ਤੋਂ ਬਾਅਦ ਬਗੈਰ ਜੀਵਾਂ ਦੇ ਤਾਈ ਗੋਬਾਰ ਗਿਆਨਤਾ ਦਾ ਗਾੜਾ ਹਨੇਰਾ ਛਾਇਆ ਰਹਿੰਦਾ ਹਰ ਸਮੇਂ। ਬਿਨ ਸ਼ਬਦ ਬੂਝ ਨਾ ਪਾਈ। ਗੁਰੂ ਸਾਹਿਬ ਦਾ ਸ਼ਬਦ ਚਾਨਣ ਦੀ ਨਿਆਈ ਹੈ, ਤੇ ਚਾਨਣ ਹੋਏ ਤੋਂ ਬਗੈਰ ਜਿਵੇਂ ਰਾਹ ਦਾ ਪਤਾ ਨਹੀਂ ਲੱਗਦਾ ਵੀ ਟੋਆ ਕਿੱਥੇ ਆ, ਪੱਧਰਾ ਕਿੱਥੇ ਆ, ਕਹਿਣੂ ਲੰਘਣਾ ਕਹਿਣੂ ਨਹੀਂ ਜਾਣਾ, ਟੋਇਆ ਟਿੱਬਿਆਂ ਉੱਚੀਆਂ ਨੀਵਾਂ ਥਾਵਾਂ ਦਾ ਹਨੇਰੇ 'ਚ ਨਹੀਂ ਨਾ ਪਤਾ ਲੱਗਦਾ, ਚਾਨਣ ਹੋਏ ਤੋਂ ਪਤਾ ਲੱਗ ਜਾਂਦਾ। ਐਵੇਂ ਗੁਰੂ ਸਾਹਿਬ ਦਾ ਸ਼ਬਦ ਜਿਹੜਾ ਏ ਇਹਦੇ ਨਾਲ ਸਮਝ ਪੈਣੀ ਹੈ। ਬਿਨ ਸ਼ਬਦੈ ਬੂਝ ਨਾ, ਬਿਨ ਸ਼ਬਦੈ ਬੂਝ ਨਾ ਪਾਏ। ਗੁਰੂ ਦੇ ਬਖਸ਼ੇ ਉਪਦੇਸ਼ ਤੋਂ ਬਗੈਰ ਜੀਵ ਨੂੰ ਸੋਝੀ ਨਹੀਂ ਪੈਂਦੀ। ਇਹਨੂੰ ਹੈ ਤਾਂ ਮਨੁੱਖ ਹੈ, ਪਰ ਮਨੁੱਖ ਦੇ ਵਾਂਗ ਜਿਉਣਾ ਹੀ ਨਹੀਂ ਆਉਂਦਾ। ਬੰਦਾ ਹੋ ਕੇ ਵੀ ਪਸ਼ੂਆਂ ਦੀ ਜ਼ਿੰਦਗੀ ਜਿਉਂਦਾ ਹੈ, ਕਿਉਂਕਿ ਗੁਰੂ ਦਾ ਸ਼ਬਦ ਨਹੀਂ ਨਾ ਕਮਾ ਰਿਹਾ। ਸ਼ਬਦ ਕਮਾਵੇਗਾ, ਉਪਦੇਸ਼ ਮੰਨੇਗਾ ਤੇ ਫਿਰ ਸਾਰੀ ਸਮਝ ਪੈ ਜਾਂਦੀ ਹੈ। ਗੁਰਮਤਿ ਪ੍ਰਗਾਸ ਹੋਈ। ਗੁਰੂ ਦੀ ਮੱਤ ਲੈਣੀ ਚਾਹੀਦੀ। ਜਿਹੜੇ ਗੁਰਮਤੀਏ ਹਨ, ਗੁਰੂ ਦੀ ਮਤੇ ਤੇ ਗੁਰੂ ਦੀ ਮੱਤ ਤੇ ਚੱਲਣ ਵਾਲੇ ਸਿੱਖ ਨੇ, ਸਾਧ ਸੰਗਤ, ਉਹਨਾਂ ਦੇ ਅੰਦਰ ਸਭ ਚਾਨਣ ਹੋ ਜਾਂਦਾ। ਉਹਨਾਂ ਨੂੰ ਗਿਆਨ ਦਾ, ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਏ। ਸੱਚ ਰਹਿ ਲਿਵ ਲਾਈ। ਇਸ ਕਰਕੇ ਸੱਚ ਰਹਿ ਲਿਵ ਲਾਇਓ। ਸੱਚ ਸਰੂਪ ਵਾਹਿਗੁਰੂ ਵਿੱਚ ਹੀ ਆਪਣੇ ਮਨ ਦੀ ਲਿਵ ਬਿਰਤੀ ਲਾ ਕੇ ਰੱਖਦੇ, ਆਪਣੇ ਖਿਆਲ ਵਾਹਿਗੁਰੂ ਵਿੱਚ ਟਿਕਾਈ ਰੱਖਦੇ ਹਨ। ਤਿਥ ਕਾਲ ਨਾ ਸੰਚਰੈ। ਤੇ ਜਿਹੜਾ ਇਹ ਵਾਹਿਗੁਰੂ 'ਚ ਬਿਰਤੀ ਲਾਉਣੀ ਹੈ ਨਾ, ਜਿੱਥੇ ਇਹ ਅਵਸਥਾ ਹੋ ਗਈ ਨਾ, ਉਸ ਥਾਂ ਤੇ ਤਿੱਥੈ ਕਾਲ ਨਾ ਸੰਚਰੈ। ਸੰਚਰੈ ਨਾਮ ਹੁੰਦਾ ਵਿਚਰਨ ਦਾ, ਉੱਥੇ ਕਾਲ ਨਹੀਂ ਫਿਰ ਵਿਚਰਦਾ। ਜਿਸ ਅਵਸਥਾ ਦੇ ਵਿੱਚ ਗੁਰੂ ਸਾਹਿਬ ਜੀ ਚਾਨਣ ਕਰਕੇ ਗਿਆਨ ਦਾ ਤੇ ਸਿੱਖ ਨੂੰ ਪਹੁੰਚਾ ਦਿੰਦੇ ਆ, ਤਿੰਨਾਂ ਗੁਣਾਂ ਤੋਂ ਉੱਪਰ ਦੀ ਜਿਹੜੀ ਅਵਸਥਾ ਹੈ, ਜੋ ਵਾਹਿਗੁਰੂ ਦੇ ਚਰਨਾਂ ਵਿੱਚ ਲਿਵ ਲਾਉਣ ਵਾਲੀ ਅਵਸਥਾ ਹੈ, ਉਸ ਥਾਂ ਦੇ ਉੱਤੇ ਸਾਧ ਸੰਗਤ ਜੀ ਇਹ ਕਾਲ ਦੀ ਪਹੁੰਚ ਨਹੀਂ ਹੈ। ਇਹ ਉੱਥੇ ਨਹੀਂ ਜਾ ਸਕਦਾ। ਸੰਚਰੇ ਤੋਂ ਭਾਵ ਸੰਚਰੈ, ਭਲੀ ਪ੍ਰਕਾਰ ਉੱਥੋਂ ਤਾਈਂ ਚੜ੍ਹ ਹੀ ਨਹੀਂ ਸਕਦਾ। ਇਹਦੀ ਉੱਥੋਂ ਤੱਕ ਪਹੁੰਚ ਹੀ ਨਹੀਂ ਹੈ। ਜੋਤੀ ਜੋਤ ਸਮਾਈ। ਆ ਜਿਹੜਾ ਜੋਤੀ ਸਰੂਪ ਪਰਮੇਸ਼ਰ ਹੈ, ਇਹ ਜੀਵਾਂ ਦੀ ਜੋਤ, ਜੋ ਪਰਤਕ ਜੋਤ ਭਿੰਨ ਭਿੰਨ ਦੇਹਾਂ ਨੂੰ ਪ੍ਰਕਾਸ਼ ਰਹੀ ਹੈ ਨਾ, ਇਹਨੂੰ ਪਰਤਕ ਜੋਤ ਕਹਿੰਦੇ ਹਨ। ਜਦੋਂ ਇਹ ਸਾਰੀਆਂ ਸਰੀਰ ਨਾਸ ਹੋ ਕੇ ਫਿਰ ਇੱਕ ਵਿੱਚ ਲੀਨ ਹੁੰਦੇ ਨੇ, ਉਹ ਜੋਤੀ ਸਰੂਪ ਹੈ। ਉਹ ਵਾਹਿਗੁਰੂ ਪਰਮ ਜੋਤੀ ਆ।
ਤੇ ਆਪਾਂ ਜਿੰਨੇ ਵੀ ਭਿੰਨ ਭਿੰਨ ਦੇਹਾਂ ਸਾਡੇ ਅੰਦਰ ਜਿਹੜਾ ਪ੍ਰਕਾਸ਼ ਹੈ ਇਹਨੂੰ ਪਰਤਕ ਜੋਤ ਕਹਿੰਦੇ ਨੇ। ਜੀਵਾਂ ਦੀ ਭਿੰਨ ਭਿੰਨ ਦੇਹਾਂ ਨੂੰ ਪ੍ਰਕਾਸ਼ਣ ਵਾਲੀ ਪਰਤਕ ਜੋਤ ਪਰਮ ਜੋਤੀ ਦੇ ਵਿੱਚ ਜਾ ਕੇ ਸਮਾ ਜਾਂਦੀ, ਲੀਨ ਹੋ ਜਾਂਦੀ, ਭਾਵ ਵਾਹਿਗੁਰੂ ਦੇ ਵਿੱਚ ਹੀ ਇਕਮਿਕ ਹੋ ਜਾਈਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਵੇਂ ਜੋਤ ਮਿਲਦੀ ਹੈ, ਫਿਰ ਮਿਟ ਗਏ ਗਗਨ ਪਾਏ ਵਿਸਰਾਮ। ਇਹ ਇੱਕ ਥਾਂ ਤੇ ਟਿਕਾਅ ਹੋ ਜਾਂਦਾ, ਇੱਧਰ ਉੱਧਰ ਦੀ ਭੱਜ ਨਾਸੀ ਖਤਮ ਹੋ ਜਾਂਦੀ ਹੈ। ਤੂੰ ਹੈ ਸਾਜਨ ਤੂੰ ਸੁਜਾਨ। ਤੇ ਜਿਨ੍ਹਾਂ ਦੀ ਇਹ ਅਵਸਥਾ ਹੋ ਗਈ ਨਾ, ਫਿਰ ਉਹ ਬੇਨਤੀ 'ਚ ਚਲੇ ਗਏ। ਉਹ ਗੁਰਮੁਖ ਇਹੋ ਕਹਿੰਦੇ ਨੇ, ਤੂੰ ਹੈ ਸਾਜਨ, ਹੇ ਮਹਾਰਾਜ ਤੂੰ ਹੀ ਸਾਡਾ ਸਾਜਨ ਸੱਜਣ, ਸਾਡਾ ਮਦਦਗਾਰ, ਸਾਡਾ ਮਾਤਾ ਦੇ ਗਰਭ ਦਾ ਸਹਾਇਕ ਵੀ ਤੂੰ, ਇਸ ਲੋਕ ਦਾ ਪਰਲੋਕ ਦਾ ਤੂੰ ਹੀ ਮਹਾਰਾਜ ਸਾਡੀ ਬਾਂਹ ਫੜਨ ਵਾਲਾ ਸੱਜਣ ਹੈ। ਤੂੰ ਸੁਜਾਨ ਤੇ ਤੂੰ ਹੀ ਸੋ ਭਲੀ ਪ੍ਰਕਾਰ ਸਾਡੇ ਦਿਲ ਦੀਆਂ ਜਾਣਨ ਵਾਲਾ ਅੰਤਰਜਾਮੀ ਹੈ। ਸੁਜਾਨ ਬਹੁਤਾ ਸਿਆਣਾ ਹੈ, ਬਹੁਤਾ ਹੀ ਮਹਾਰਾਜ ਸਾਡੇ ਅੰਦਰ ਦੇ ਖਿਆਲਾਂ ਨੂੰ ਸਮਝਣ ਵਾਲਾ ਏ। ਤੂੰ ਆਪੀ ਮੇਲਣ ਹਾਰ। ਤੂੰ ਆਪ ਹੀ ਸਤਿਗੁਰੂ ਰੂਪ ਹੋ ਕੇ ਫਿਰ ਨਾਮ ਦਾ ਉਪਦੇਸ਼ ਦੇ ਕੇ ਸੰਗਤ 'ਚ ਬਿਠਾ ਕੇ ਆਪਣੇ ਨਾਲ ਮੇਲਣ ਵਾਲਾ ਹੈ। ਗੁਰ ਸਬਦੀ ਸਲਾਹੀਆ। ਗੁਰੂ ਦੇ ਸ਼ਬਦ ਦੁਆਰਾ ਉਸ ਵਾਹਿਗੁਰੂ ਨੂੰ ਭਾਈ ਸਲਾਹੁਣਾ ਕਰੀਏ, ਸਿਫਤ ਕਰਿਆ ਕਰੋ ਗੁਰਬਾਣੀ ਦੁਆਰਾ। ਅੰਤ ਨਾ ਪਾਰਾਵਾਰ। ਉਰਾਰ ਵਾਰ ਕਰਕੇ ਜਿਸ ਵਾਹਿਗੁਰੂ ਦਾ ਅੰਤ ਨਹੀਂ ਹੈ, ਪ੍ਰਕਿਰਤੀ ਕਰਕੇ ਵੀ ਜਿਹਦਾ ਕੋਈ ਓੜਕ ਬੰਨਾ ਲੱਭ ਹੀ ਨਹੀਂ ਸਕਦਾ, ਕਿਸੇ ਨੂੰ ਸਮਝ ਆਈ ਹੋਈ ਨਹੀਂ ਹੈ ਵੀ ਪਰਮੇਸ਼ਰ ਕੋਈ ਕਹਿ ਨਹੀਂ ਸਕਦਾ ਵੀ ਕਦੋਂ ਸੀ ਤੇ ਕਦੋਂ ਨਹੀਂ ਹੋਵੇਗਾ। ਉਹ ਤਾਂ ਮਾਲਕ ਦੇ ਬਣਾਏ ਸੰਸਾਰ ਦਾ ਹੀ ਕਿਸੇ ਨੂੰ ਅੰਤ ਨਹੀਂ ਲੱਭਾ ਹਾਲਾਂ ਤੀਕਰ। ਕਦੀ ਕਹਿ ਦਿੰਦੇ 5000 ਵਰੇ ਪੁਰਾਣੀ ਹੈ, ਕਦੀ ਕਹਿ ਦਿੰਦੇ ਵੀ ਇਹ ਕਈ ਕਰੋੜਾਂ ਸਾਲ ਪੁਰਾਣੀ ਧਰਤੀ ਹੈ, ਕਦੀ ਕੁਝ ਕਹਿ ਦਿੰਦੇ। ਬਿਆਨ ਵਿਗਿਆਨੀਆਂ ਦੇ ਵੀ ਬਦਲਦੇ ਰਹਿੰਦੇ ਆ, ਨਵੀਂ ਖੋਜ ਦਾ ਸ਼ੋਸ਼ਾ ਜਿਹਾ ਛੱਡ ਦਿੰਦੇ ਆ। ਮਾਲਕ ਦੀ ਤਾਂ ਪ੍ਰਕਿਰਤੀ ਦਾ ਹੀ ਕੋਈ ਅੰਤ ਨਹੀਂ ਪਾ ਸਕਦਾ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਤੇਰੀ ਕੁਦਰਤ ਬਾਰੇ ਹੀ ਮੈਂ ਕੀ ਦੱਸਾਂ, ਕਾਦਰ ਬਾਰੇ ਕੀ ਕਹਿ ਸਕਦੇ ਆ। ਰੱਬ ਦੇ ਬਣਾਏ ਸੰਸਾਰ ਬਾਰੇ ਹੀ ਕੋਈ ਨਹੀਂ ਪੂਰਨ ਬਿਆਨ ਕਰ ਸਕਦਾ। ਤਿੱਥੈ ਕਾਲ ਨਾ ਅਪੜੈ। ਤਿੱਥੈ ਉਸ ਅਵਸਥਾ ਜਿਹੜਾ ਗੁਰੂ ਦੀ ਸ਼ਬਦ ਨਾਲ ਪਹੁੰਚ ਗਿਆ ਨਾ, ਉੱਥੇ ਕਾਲ ਅਪੜ ਨਹੀਂ ਸਕਦਾ। ਉਹਦੀ ਉੱਥੋਂ ਤੀਕਰ ਕਹਿੰਦੇ ਪਾਇਆ ਨਹੀਂ, ਉੱਥੇ ਨਹੀਂ ਉਹਦਾ ਜ਼ੋਰ ਚੱਲਦਾ। ਉਹਦਾ ਜ਼ੋਰ ਉੱਥੋਂ ਤੀਕਰ ਹੈ ਜਿੱਥੋਂ ਤੀਕਰ ਅਸੀਂ ਮਨਮੁਖਤਾਈ ਕਰਦੇ ਹਾਂ, ਪਾਪ ਕਰਦੇ ਹਾਂ। ਜਦੋਂ ਗੁਰਮੁਖਤਾਈ 'ਚ ਆ ਗਏ ਫੇਰ ਕਾਲ ਦਾ ਹੱਥ ਉੱਥੇ ਪੈਂਦਾ ਨਹੀਂ ਹੈ। ਜਿੱਥੈ ਗੁਰ ਕਾ ਸ਼ਬਦ ਅਪਾਰ। ਜਿੱਥੇ ਜਿਸ ਹਿਰਦੇ ਵਿੱਚ ਗੁਰੂ ਦਾ ਜੋ ਅਪਾਰ ਬੇਅੰਤ ਪਾਰਾਵਾਰ ਤੋਂ ਰਹਿਤ ਸ਼ਬਦ ਉਪਦੇਸ਼ ਵਸਿਆ, ਜਿਹੜੇ ਹਿਰਦੇ ਵਿੱਚ ਅਪਾਰ ਬੇਅੰਤ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਵਸਦੀ ਹੈ, ਉੱਥੋਂ ਤੀਕਰ ਕਾਲ ਦੀ ਪਹੁੰਚ ਨਹੀਂ ਹੈ, ਕਿਉਂਕਿ ਉਹ ਜੰਮਣ ਤੇ ਮਰਨ ਤੋਂ ਰਹਿਤ ਹੋ ਗਏ ਹਨ, ਸਦਾ ਆਨੰਦ ਵਿੱਚ ਰਹਿੰਦੇ ਨੇ। ਹੁਕਮੇ ਸਭੇ ਊਪਜੈ। ਹੁਣ ਵਾਹਿਗੁਰੂ ਦੇ ਹੁਕਮ ਬਾਬਤ ਮਹਾਰਾਜ ਕਹਿੰਦੇ ਵੀ ਇਹਨਾਂ ਜੀਵਾਂ ਬਾਬਤ ਵੀ ਅਸੀਂ ਕੀ ਕਹੀਏ। ਹੁਕਮੀ ਜੋ ਹੁਕਮ ਦਾ ਮਾਲਕ ਪਰਮੇਸ਼ਰ ਹੈ, ਉਹਦੀ ਆਗਿਆ ਵਿੱਚ ਹੀ ਸਭੇ ਊਪਜੇ, ਸਾਰੇ ਜੀਵ ਪੈਦਾ ਹੁੰਦੇ ਹਨ। ਹੁਕਮੇ ਕਾਰ ਕਮਾਈ। ਉਸ ਵਾਹਿਗੁਰੂ ਦੇ ਮਾਲਕ ਦੀ ਆਗਿਆ ਹੁਕਮ ਦੇ ਵਿੱਚ ਹੀ ਸਾਰੇ ਕਾਰ ਕਮਾਰੇ ਕਰਮ ਕਰ ਰਹੇ ਹੈ। ਕੋਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਿਹਾ, ਕੋਈ ਉਸੇ ਸ਼ਹਿਰ ਦੇ ਵਿੱਚੋਂ ਉਸ ਸ਼ਹਿਰ ਦੇ ਵਿੱਚ ਆ ਰਿਹਾ ਜਿੱਥੋਂ ਪਹਿਲਾ ਜੀਵ ਗਿਆ ਸੀ। ਸੋ ਇਸ ਪ੍ਰਕਾਰ ਨਾਲ ਹੁਕਮ ਦੇ ਵਿੱਚ ਹੀ ਸਾਰੇ ਕਾਰ ਵਿਹਾਰ ਹੋ ਰਹੇ ਨੇ। ਜੋ ਪਰਾਲਬਧ ਮਾਲਕ ਨੇ ਲਿਖ ਦਿੱਤੀ ਹੈ ਵੀ ਆ ਹੁਣ ਕਰਮ ਭੋਗਣੇ ਪੈਣੇ ਹਨ, ਉਸ ਮੁਤਾਬਕ ਹੀ ਜੀਵ ਕੰਮ ਕਰਦੇ ਨੇ। ਤਾਂ ਐਵੇਂ ਹੌਂ ਜੀ ਚੁੱਕੀ ਫਿਰਦਾ, ਮੈਂ ਕਰਦਾ, ਮੈਂ ਕਰ ਦੂੰਗਾ, ਮੇਰਾ ਕੀਤਾ ਸਭ ਕੁਝ। ਕਹਿੰਦੇ ਕਾਰ ਤਾਂ ਸਾਰੀ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਹੋ ਰਹੀ ਹੈ। ਬੰਦਾ ਐਵੇਂ ਮੈਂ ਜੀ ਚੁੱਕੀ ਫਿਰਦਾ ਏ। ਹੁਕਮੇ ਕਾਲ ਵਸ ਹੈ। ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਕਾਲ ਦੇ ਵਸ ਨੇ ਸਾਰੇ। ਉਹਨੂੰ ਸੁਤੰਤਰਤਾ ਮਿਲੀ ਹੈ ਵੀ ਜਿੱਦਣ ਇਹਨਾਂ ਦੇ ਸਾਹ ਪੂਰੇ ਹੋ ਗਏ, ਲੈ ਆਉਣਾ ਹੈ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਜੰਮਣ ਮਰਨ 'ਚ ਪਾ ਦੇਣਾ। ਇਵੇਂ ਵਾਹਿਗੁਰੂ ਦੀ ਆਗਿਆ ਨਾਲ ਹੀ ਸਾਰੇ ਕਾਲ ਦੇ ਵਸ ਵਿੱਚ ਪਏ ਹਨ। ਹੁਕਮੇ ਸਹਿਜ ਸਮਾਹੀ। ਉਹਦੇ ਹੁਕਮ ਵਿੱਚ ਹੀ ਜਿਹੜੇ ਜੀਵ ਗੁਰੂ ਸਾਹਿਬ ਦੀ ਸ਼ਰਨ ਆ ਗਏ, ਸੰਗਤ ਕਰਦੇ, ਨਾਮ ਜਪਦੇ,
ਉਹ ਫਿਰ ਵਾਹਿਗੁਰੂ ਦੇ ਸਰੂਪ ਦੇ ਵਿੱਚ ਹੀ ਸਮਾ ਜਾਂਦੇ, ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ, ਵੀ ਹੁਕਮ ਵਿੱਚ ਹੀ ਹੈ। ਨਾਨਕ ਜੋ ਤਿਸ ਭਾਵੈ ਸੋ ਥੀਐ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਭਾਈ ਗੱਲ ਕੀ ਆ, ਵੀ ਜੋ ਕੁਝ ਵਾਹਿਗੁਰੂ ਨੂੰ ਭਾਉਂਦਾ ਹੈ ਤਿੰਨਾਂ ਕਾਲਾਂ 'ਚ ਉਹੀ ਹੁੰਦਾ ਹੈ। ਪਿੱਛੇ ਹੁੰਦਾ ਸੀ, ਹੁਣ ਹੋ ਰਿਹਾ, ਅੱਗੇ ਨੂੰ ਹੋਵੇਗਾ। ਕਿਸੇ ਦਾ ਐਵੇਂ ਜਿੰਨਾ ਮਰਜੀ ਜ਼ੋਰ ਜਿਹਾ ਕੋਈ ਵਿਖਾਈ ਜਾਵੇ, ਜੋ ਰੱਬ ਚਾਹੁੰਦਾ ਹੁੰਦਾ ਉਹੀ ਹੈ ਤੇ ਹੋ ਕੇ ਰਹੇਗਾ, ਕੋਈ ਰੋਕ ਨਹੀਂ ਸਕਦਾ। ਇਹਨਾਂ ਜਨਤਾ ਵਸ ਕਿਛ ਨਾਹੀ। ਇਹਨਾਂ ਜਨਤਾ ਦੇ ਵਸ ਨਹੀਂ ਮਹਾਰਾਜ ਕਹਿੰਦੇ ਕੁਝ ਵੀ। ਜੰਤ ਵਾਜੇ ਨੂੰ ਕਹਿੰਦੇ, ਜਿਵੇਂ ਵਾਜਾ ਹੈ ਨਾ, ਜਿੱਦਾਂ ਦੀ ਆਵਾਜ਼ ਕੱਢੇ ਕੋਈ, ਆਵਾਜ਼ੇ ਪਏ ਆ, ਜਿਹੋ ਜੀ ਸੁਰ ਤੇ ਹੱਥ ਰੱਖਦੇ ਆ ਰਾਗੀ, ਉਹੋ ਜੀ ਆਵਾਜ਼ ਨਿਕਲਦੀ। ਜਿਹੋ ਜਿਹੀਆਂ ਸੁਰਾਂ ਦੇ ਨਾਲ ਬੁਲਾਉਣਾ ਚਾਹੁੰਦੇ ਉਦਾਂ ਬੋਲਦਾ। ਢੋਲਕੀ ਪਈ ਆ, ਨਗਾਰਾ ਹੈ ਪਿੱਛੇ, ਜਿੱਦਾਂ ਦੀ ਚੋਪ ਮਾਰਾਂਗੇ ਜਿਸ ਹਿਸਾਬ ਨਾਲ ਉਦਾਂ ਦੀ ਆਵਾਜ਼ ਆਊਗੀ। ਇਸੇ ਤਰ੍ਹਾਂ ਆਪਾਂ ਜਨਤ ਵਾਜੇ ਆ, ਜਿਵੇਂ ਮਾਲਕ ਵਜਾਉਂਦਾ ਨਾ, ਜਿਵੇਂ ਸਾਨੂੰ ਚਲਾਉਂਦਾ, ਉਸੇ ਤਰ੍ਹਾਂ ਹੀ ਚੱਲਦੇ ਆ। ਸਾਡੇ ਆਪਣੇ ਕੀ ਵੱਸ ਹੈ, ਆਪੇ ਕਿ ਨਹੀਂ ਵਾਜੇ ਵੱਜਦੇ, ਢੋਲਕ ਦੇ ਆਪੇ ਵੱਜਦੇ ਹੁੰਦੇ ਆ। ਇਵੇਂ ਹੀ ਆਪਾਂ ਜੀਵ ਆ, ਇਹ ਪਰਮੇਸ਼ਰ ਜਿਵੇਂ ਸਾਨੂੰ ਚਲਾਉਂਦਾ ਉਸੇ ਤਰ੍ਹਾਂ ਚੱਲਦੇ ਆ। ਬੰਦਾ ਐਵੇਂ ਫੂੰ ਕਰਦਾ, ਇਹਦੇ ਵੱਸ ਹੱਥ ਵੱਸ ਕੁਝ ਵੀ ਨਹੀਂ ਹੈ। ਮਾਲਕ ਦਾ ਹੁਕਮ ਹੀ ਤਿੰਨਾਂ ਕਾਲਾਂ ਵਿੱਚ ਵਰਤਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ, ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਸਾਡੇ ਮਨ ਵਿੱਚ ਵਸੇ। ਇਹਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਜਣਾਇਆ ਹੈ ਵੀ ਵਾਹਿਗੁਰੂ ਦਾ ਓਟ ਆਸਰਾ ਨਹੀਂ ਛੱਡਣਾ ਚਾਹੀਦਾ। ਮੌਤ ਸਾਰਿਆਂ ਦੇ ਸਿਰ ਤੇ ਹੈ, ਜੰਮਣ ਮਰਨ ਤੋਂ ਬਚੇ ਨੇ ਜਿਹੜੇ ਮਾਲਕ ਦੇ ਲੜ ਲੱਗੇ ਗੁਰੂ ਸਾਹਿਬ ਦੁਆਰਾ, ਤੇ ਜਿਹੜੇ ਗੁਰੂ ਸਾਹਿਬ ਤੇ ਪਰਮੇਸ਼ਰ ਨੂੰ ਭੁੱਲ ਗਏ ਉਹ ਜੰਮਦੇ ਮਰਦੇ ਰਹਿੰਦੇ ਤੇ ਧੱਕੇ ਖਾਂਦੇ ਦੁਖੀ ਹੁੰਦੇ ਹਨ ਦੋਵਾਂ ਲੋਕਾਂ ਵਿੱਚ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ ਦੇਣੀ। ਗੁਰੂ ਸਾਹਿਬ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਹੁਕਮੇ ਸਭੇ ਉਪਜਹਿ ਹੁਕਮੇ ਕਾਰ ਕਮਾਹੀ। ਹੁਕਮੇ ਕਾਲ ਵਸ ਹੈ ਹੁਕਮੇ ਸਾਚ ਸਮਾਹੀ। ਨਾਨਕ ਜੋ ਤਿਸ ਭਾਵੈ ਸੋ ਥੀਐ। ਇਹਨਾਂ ਜਨਤਾ ਵਸ ਕਿਛ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।